ਸਰੋਵਰ ਦੇ ਇਸ਼ਨਾਨ, ਸਤਿਗੁਰੂ ਸਾਹਿਬਾਨ ਦੇ ਦਰਸ਼ਨ, ਮੱਸਿਆ ਦੇ ਦਿਹਾੜੇ ਤੇ ਪਹੁੰਚ ਕੇ ਇੱਥੇ ਕਰਕੇ ਵਡਭਾਗੀ ਬਣੇ ਹੋ। ਜੋ ਕੂਟਨੀਤੀਆਂ ਦੇ ਆਧਾਰ ਤੇ ਗੌਰਮੈਂਟ ਚੱਲ ਰਹੀ ਹੈ, ਅਖਬਾਰਾਂ ਵਿੱਚ ਵੀ ਤੁਸੀਂ ਪੜ੍ਹ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਸਿੱਖ ਕੌਮ ਨੂੰ ਮੁਕਾਉਣ ਵਾਸਤੇ, ਖਤਮ ਕਰਨ ਵਾਸਤੇ ਗੌਰਮੈਂਟ ਨੇ ਕੋਝਾ ਰਸਤਾ ਅਖਤਿਆਰ ਕੀਤਾ ਹੋਇਆ ਹੈ, ਜਿਹਦੇ ਬੇਅੰਤ ਸਬੂਤ ਹਨ। ਹੁਣੇ ਜਾਂ 2 ਦਿਨ ਹੋਏ, 2-3 ਦਿਨ ਕੁਝ ਅਫੀਸਰਾਂ ਦੀਆਂ ਤਬਦੀਲੀਆਂ ਹੋਈਆਂ ਹਨ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਵੱਡੇ ਅਹੁਦਿਆਂ ਤੇ ਸਿੱਖ ਅਫੀਸਰ ਸੀ, ਉਹਨਾਂ ਨੂੰ ਤਬਦੀਲ ਕਰਕੇ ਉਹਨਾਂ ਅਹੁਦਿਆਂ ਦੇ ਉੱਪਰ ਹਿੰਦੂਆਂ ਨੂੰ ਬਿਠਾਇਆ ਗਿਆ। ਖਾਸ ਕਰਕੇ ਇਸ ਪਵਿੱਤਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਜੋ ਸਿੱਖੀ ਸਰੂਪ ਵਾਲਾ SSP ਸੀ, ਉਸ ਨੂੰ ਬਦਲ ਕੇ ਉਹਦੇ ਥਾਂ ਹਿੰਦੂ ਲਾਇਆ ਗਿਆ। ਗੁਰਦਾਸਪੁਰ ਦੇ ਜ਼ਿਲ੍ਹੇ ਵਿੱਚ ਵੀ ਜਿਸ ਨੇ ਮਾਨਾ ਵਾਲੇ ਕਾਂਡ ਵਿੱਚ ਜੀਪ ਦੇ ਉੱਪਰ ਬੰਬ ਸੁੱਟ ਕੇ ਸਿੰਘ ਸ਼ਹੀਦ ਕੀਤਾ ਸੀ ਭਾਂਡੇ, ਉਹਨੂੰ ਹੁਸ਼ਿਆਰਪੁਰ ਤੋਂ ਬਦਲ ਕੇ ਇੱਥੇ ਗੁਰਦਾਸਪੁਰ ਭੇਜਿਆ ਗਿਆ। ਇਸੇ ਤਰ੍ਹਾਂ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਆਪਣੇ 12-13 ਜ਼ਿਲ੍ਹੇ ਆ ਪੰਜਾਬ ਦੇ, ਜਿਨ੍ਹਾਂ ਦੇ ਵਿੱਚ ਵੱਡੇ ਅਹੁਦੇ ਤੇ ਕੇਵਲ 3 ਸਿੱਖ ਹਨ ਤੇ 9 ਹਿੰਦੂ ਆ। ਹਾਈ ਕੋਰਟ ਦੇ ਵਿੱਚ ਸਿੱਖ ਤਾਵਾਂ ਤੁਹਾਨੂੰ ਕਿਤੇ ਮਿਲੇਗਾ, ਬਹੁਤ ਮਤ ਉੱਥੇ ਹਿੰਦੂਆਂ ਦਾ। ਬਾਹਰਲੇ ਸੂਬਿਆਂ ਵਿੱਚ ਲੱਭਦਾ ਹੀ ਨਹੀਂ ਸਿੱਖ। ਜੇ ਪੁੱਛਿਆ ਜਾਵੇ, ਕਹਿੰਦੇ ਜੀ ਇੱਥੇ ਸਿੱਖਾਂ ਦੀ ਘੱਟ ਗਿਣਤੀ ਹੈ, ਗਿਣਤੀ ਦੇ ਮੁਤਾਬਕ ਹੁੰਦਾ ਤੇ ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਹੈ ਤੇ ਇੱਥੇ ਵੀ 4 ਗੁਣਾ ਉਦੋਂ ਵੱਧ ਹਿੰਦੂ ਲਾਏ ਆ। ਉਹਦਾ ਇੱਕੋ ਇੱਕ ਕਾਰਨ ਹੈ ਕਿ ਕੋਈ ਸਮਾਂ ਪਵੇ, ਹੁਕਮ ਕਰਨਾ ਪਵੇ ਤੇ ਹਿੰਦੂ ਛੇਤੀ ਦੇ ਨਾਲ ਸਿੱਖਾਂ ਨੂੰ ਕੁਚਲਣ ਵਾਸਤੇ ਆਪਣਾ ਸਟੈਂਡ ਲੈ ਸਕਣ। ਇਸ ਵਾਸਤੇ ਤਬਦੀਲੀਆਂ ਕੀਤੀਆਂ ਜਾ ਰਹੀਆਂ। ਨੌਜਵਾਨ ਜਥੇਬੰਦੀ ਸਿੱਖ ਵਿਦਿਆਰਥੀਆਂ ਦੀ ਜੋ ਫੈਡਰੇਸ਼ਨ ਦੇ ਨਾਂ ਉੱਪਰ ਮਸ਼ਹੂਰ ਸੀ ਤੇ ਹੈ ਤੇ ਰਹੇਗੀ, ਉਸ ਨੂੰ ਕੁਚਲਣ ਵਾਸਤੇ ਪਾਰਲੀਮੈਂਟ ਵਿੱਚ ਬੈਠ ਕਰਕੇ ਫੈਸਲਾ ਕੀਤਾ ਗਿਆ ਕਿ ਇਸ ਜਥੇਬੰਦੀ ਤੇ ਪਾਬੰਦੀ ਲਾਈ ਜਾਵੇ, ਕਿਉਂਕਿ ਇਸ ਜਥੇਬੰਦੀ ਦੇ ਨਾਂ ਨਾਲ ਸਿੱਖ ਅੱਖਰ ਲੱਗਦਾ ਹੈ। ਫੈਡਰੇਸ਼ਨਾਂ ਹੋਰ ਵੀ ਬਹੁਤ ਹਨ। ਖਾਸ ਕਰਕੇ ਹਿੰਦੂ ਸਮਾਜ ਵਿੱਚ ਬਹੁਤ ਤਰ੍ਹਾਂ ਦੀਆਂ ਜਥੇਬੰਦੀਆਂ, ਜਿਵੇਂ ਕਿ RSS ਜਥੇਬੰਦੀ ਹੈ, ਸ਼ਿਵ ਸੈਨਾ, ਇੱਕ ਜਥੇਬੰਦੀ ਦਾ ਨਾਮ ਉਹਨਾਂ ਨੇ ਰੱਖਿਆ ਹੈ ਹਿੰਦੂ ਸੁਰੱਖਿਆ ਸਮਿਤੀ, ਹਿੰਦੂ ਜੈ ਸਿੰਘ ਸਮਿਤੀ, ਹਿੰਦੂ ਸੰਗਠਨ ਸਮਿਤੀ, ਹਿੰਦੂ ਪੰਜਾਬ ਸਮਿਤੀ। ਇਹ ਨਾਂ ਰੱਖਿਆ ਹਿੰਦੂਆਂ ਦੀਆਂ ਜਥੇਬੰਦੀਆਂ ਤੇ, ਜਿਹੜੀਆਂ ਨੇਤਾ ਪ੍ਰਤੀ ਗਾਲਾਂ ਕੱਢਦੀਆਂ। ਉਹਨਾਂ ਤੇ ਕਿਸੇ ਤੇ ਕੋਈ ਪਾਬੰਦੀ ਨਹੀਂ ਕਿ ਜੇ ਸਿੱਖ ਵਿਦਿਆਰਥੀਆਂ ਨੇ ਇਕੱਠਿਆਂ ਹੋ ਕੇ ਨੌਜਵਾਨਾਂ ਨੂੰ ਨਸ਼ਿਆਂ ਵੱਲੋਂ ਮੋੜ ਕੇ, ਸਿਨੇਮਿਆਂ ਵੱਲੋਂ ਮੋੜ ਕੇ, ਖੋਟਿਆਂ ਕਰਮਾਂ ਵੱਲੋਂ ਮੋੜ ਕੇ ਸਿੱਧੇ ਰਸਤੇ ਲਾਉਣ ਦਾ ਯਤਨ ਕੀਤਾ ਤੇ ਫਤਵਾ ਦੇ ਦਿੱਤਾ ਇਹ ਭੜਕਾਊ ਪ੍ਰਚਾਰ ਕਰਦੇ ਆ। ਸਿੱਖਾਂ ਤੇ ਤਾਂ ਨਿਗਾਹ ਆ ਗਈ ਕਿ ਭੜਕਾਊ ਪ੍ਰਚਾਰ ਕਰਦੇ ਆ। ਤੇ ਜਿਹੜਾ ਚਰਨ ਚੌਧਰੀ ਵਰਗਾ ਅਖਬਾਰਾਂ ਵਿੱਚ ਬਿਆਨ ਦੇ ਚੁੱਕਾ ਹੈ ਕਿ ਹੁਣ ਸਿੱਖ ਕੁੱਤੇ ਭੌਂਕਦੇ ਆ, ਜਦੋਂ ਮੈਂ ਪ੍ਰਾਈਮ ਮਿਨਿਸਟਰ ਸੀ ਉਦੋਂ ਕੋਈ ਕੁੱਤਾ ਨਹੀਂ ਭੌਂਕਿਆ, ਸਿੱਖਾਂ ਨੂੰ ਕੁੱਤੇ ਕਰ ਦੱਸਿਆ ਉਹਨੇ। ਵਰਿੰਦਰ ਜੋ ਸਾਰੇ ਸਿਆਪੇ ਦੀ ਮੈਨ ਅਖਬਾਰਾਂ ਵਿੱਚੋਂ, ਉਹਨੇ ਆਪਣੇ ਅਖਬਾਰਾਂ ਤੇ ਥੋੜਾ ਚਿਰ ਪਿੱਛੇ ਬਿਆਨ ਆਏ ਸੀ ਕਿ ਸਿੱਖਾਂ ਤੋਂ ਜਾਂ ਅਥਵਾ ਕਹਿ ਲਈਏ ਅਕਾਲੀਆਂ ਤੋਂ ਤਾਂ ਪੰਜਾਬ ਦੇ ਵਿੱਚ ਆਸਾਮ ਬਣਿਆ ਨਹੀਂ, ਅਸੀਂ ਆਸਾਮ ਜ਼ਰੂਰ ਬਣਾਵਾਂਗੇ। ਇਹ ਪ੍ਰਚਾਰ ਨੂੰ ਪਤਾ ਨਹੀਂ ਗੌਰਮੈਂਟ ਨੇ ਠੰਡਾ ਪ੍ਰਚਾਰ ਸਮਝਿਆ ਜਾਂ ਇਸ ਕਰਕੇ ਉਹਨੂੰ ਮੁਆਫ ਕਰ ਦਿੱਤਾ ਕਿਉਂਕਿ ਹਿੰਦੂਆਂ ਦੇ ਘਰੇ ਜੰਮਿਆ। ਇਹ ਸਾਰੇ ਅਖਬਾਰਾਂ 'ਚ ਖਬਰਾਂ ਆਈਆਂ। ਸਿੱਖ ਨੇ ਕੋਈ ਵੀ ਵਸਤੂ ਲੈਣੀ ਹੈ ਤਾਂ ਆਪਣਾ ਖੂਨ ਦੇਣਾ ਪੈਂਦਾ ਤੇ ਵਸਤੂ ਫੇਰ ਵੀ ਪਤਾ ਨਹੀਂ ਪ੍ਰਾਪਤ ਹੋਵੇ ਕਿ ਨਾ ਹੋਵੇ। ਅੱਜ ਵਾਲੇ ਅਖਬਾਰ ਹੀ ਪੜ੍ਹ ਲਵੋ, ਉਹਨਾਂ ਅਖਬਾਰਾਂ ਵਿੱਚ ਖਬਰਾਂ ਆਈਆਂ। ਬੜੇ ਦਮਗਜੇ ਵੀ ਮਾਰੇ ਗਏ। ਸਤਿਗੁਰੂ ਅੱਗੇ ਅਰਦਾਸ ਕਰੋ ਮਾਰੇ ਪੂਰੇ ਰੱਖੇ। ਵਧਾਈਆਂ ਵੀ ਦਿੱਤੀਆਂ ਗਈਆਂ 25 ਧਾਰਾ ਦੇ ਮੰਨਣ ਦੀਆਂ।
पर वो अखर सोल के पढ़ो फिर पता लगेगा विच की है। अखबारां च लिखा कि 25 धारा की सोध करने वास्ते विचार की जाएगी। अगे एक ऐसा समा आया सी अपने ते संत फतेह सिंह जी उन्होंने मरण वर्त रख लिया, एन सिरे ते गल पहुंच गई। अपने विचों कुर्सियां वाले भरावां ने उत्थे गिटमिट करके सरकार दे नाल जहाज ते इधरों रवाना हो गए ते इत्थे पहुंच के और जो सामने इमारत श्री अकाल तख्त साहब दी, सो इत्थों खड़िया और खब्बे पासे वाले उपर खड़ो के ते श्री हरमंदर साहब वाल चेहरा करके कह दिता कि मैं तुहानू पूर्ण भरोसा दौना कि इंदिरा अपनी मंगा मन गई है। वो सारे ने जकारे छड़ दिते, जूस के गिलास भरे हुए से मूँह नूं ला दिते। जो थोड़े जे दिन होए तो पिछे नक्शा लिखिया गया, और गुलजारी लाल नंदे ने ऐसे बेड़ियां च वट्टे पाए जो हुण तक निकल नहीं रहे। इस सारे झूरते रहे कि की बन गया। हुण कई तो सारे जाने साडी 25 धारा मन्नी गई है, तो जिहड़ा हफ्ता सीगा मनाउणा आजाद पंथ के नाम ते ये कहंदे वापस लै लिया। अखबारां च आया, सच दा तां डकैत नूं पता हो, पर अखबारां सारे ने लिख दिता है कि श्रोमणी अकाली दल ने जो पंजाब दे विच पंथक आजाद हफ्ता मनाउणा सी ਉਹਨੂੰ ਕਹਿੰਦੇ ਵਾਪਸ ਲੈ ਲਿਆ। ਮੋਰਚਾ ਨਹੀਂ ਵਾਪਸ ਲਿਆ, ਕਿਤੇ ਨਾ ਭੁਲੇਖੇ ਚ ਰਿਓ। ਮੋਰਚਾ ਆਰੰਭੀ ਹੈ ਇਹ ਜਿਹੜੇ ਆਜ਼ਾਦੀ ਦੇ ਦਿਨ ਸੱਤ ਕ ਮਨਾਉਣੇ ਸੀ, ਇਹ ਕਹਿੰਦੇ ਵਾਪਸ ਲੈ ਲਏ। ਉਹ ਪੜ੍ਹ ਗਏ ਅਖਬਾਰ ਤੋਂ ਲੈ ਕੇ ਆਏ। ਅਗੇ ਸੇਠੀ ਨੇ ਅਪੀਲ ਕੀਤੀ ਹੈ ਕਿ 25 ਧਾਰਾ ਤੇ ਅਸੀਂ ਵਿਚਾਰ ਕਰਨ ਨੂੰ ਤਿਆਰ ਹਾਂ। ਤੇ ਤਿਆਰ ਤਾਂ ਅੱਗੇ ਬਹੁਤ ਕਰਦੇ ਹੈ, ਪੇਸ਼ਕਸ਼ ਬੜੇ ਚਿਰ ਦੀ ਹੋਈ ਹੈ, ਵਿਚਾਰਾਂ भी बहुत चलिया। मेरे ख्याल से 15-16 तो मीटिंग हो चुकी हुण नवीं महीने की। तो कई भरा हुण उत्थों आउंदे मिले आ, संत जी वधाई होवे। मैं कहा जी, कहंदे 25 धारा मन्नी गई। मैं जो लिख के इंदिरा देगी तो दे लियो वधाई, तो की पता कल टापू लवा दे सारिਆਂ ਦਾ ही। लिख के की दिता उन्हें सिट्ठी ने, इंदिरा ने लिख के दस्तखत कीते भी हाँ तुहाडी 25 धारा जिहड़ी मंग ठीक है। उन्हां लोकां ते विश्वास करना, उन्हां लोकां दे उपर फिर ढिल जाना, यकीन करना जिन्हां लोकां ने विधान दे समय विच जां अथवा कह लईए हिंदुस्तान की आज़ादी के समय च भावें कई कहते देश की आज़ादी मैं तो ना कदे कहा, ना कहना तो ना अजे कहना है, जो होवांगे वो कह लवांगे। हिंदुस्तान की आज़ादी के समय महात्मा गांधी ने आप बयान दिते हुए है कि उन्होंने बयानों से उन्होंने वादियों से ये पूरे उतरे है। पंजाब के हिस्से में उन्होंने कहा कि एक ऐसा खिता बनाया जाएगा जिहदे सिख भी आज़ादी का निंग मान सकणगे। आज़ादी मानी जाने ना। हुण आपां पंजाब च किन्ना बेड़ा गर्क किया सिखां दा, किन्नी बेइज्जती की है, किन्ने धार्मिक स्थानां की पवित्रता भंग की गई है। तो आज़ादी का आनंद है। उन्हें आप अपने बयानों में कहा, महात्मा गांधी ने किसी समय कि जे सिखां नाल धक्का होवे तो सिखां नूं अपना स्टैंड लेना चाहिए, तो सिख जनता की आवाज़ तुहाडे नाल होवेगी, तुहानूं किरपान की मुठ ते हथ रखना चाहिए। तो जिहड़े वादे कीते सी एक भी पूरा किया इन्हां लोकां ने, तो दस दिओ। पिछों पंजाबी सूबे दे ऐलान होए है ते इलाके अजे बाहर धक्के खा रहे सिख। जे उन्हें इलाके नूं लैण दा कितों ना लिया जाता है तो कहते सिख फिरका परस्त है। उन्होंने लोगों पर अज फिर यकीन कर बैठे हैं। कोई लिखत पढ़त होवे, कोई सामने बैठ के उन्होंने गल्लां होईयां होण तो पता भी लग सकता हाँ ठीक है। उन्होंने कईयां दा भी विचार है कि आ भी सिख सजने मैनूं सजने ने गल भी कही सी, आखे जी जे इंदिरा लिख के दे देवे तो फिर मुकर गई, फिर की करोगे? कोई प्रेमी सी जिम्मेवार तो मैं उन्हें उत्तर दिता कि सामने बिठा के करा लिखवा रहे तो मुड़ के उन्हें कहे ना मंगा मन मैं बना लूँ आपे। लिख के किवें ना मनूं?
पर मनाने वाला कोई चाहिए तो मनूंगी। तो हुण कई बहुत खुश होए फिरदे अज ही साडी 25 धारा मनी गई। मैं तो आप इस गल विच खुश हां भी जे मनी जावे तो चंगा है, पर मेरा निश्चय नहीं अजे भी मनी गई होगी। अजे ये मंगा बहुत है। तुसां मेरे ख्याल च सुनिया भी होना अखबारां च कहंदे सी कीर्तन करन नूं गौरमेंट ने ऐलान कर दिता है। सुनिया कदे? कहंदे शहर नूं पवित्र दर्जा इकरार दे दिता है। क्या CRP वाले तमाकू इत्थे होटल कोल बैठे पी जाते हैं, पवित्र दर्जा मिल गया? किन्ने चिर तो अखबारां च आ रहा कि सिखां दीआं धार्मिक मन्नां सारियां मनिया गईयां, एक भी मनी कोई सिद्ध कर सकदा तुहाडे चों? जे केवल अखबारां ते रेडियो ते भरोसा है तो फिर उन्हां गल्लां ते भरोसा कर लो, नाले रोई जाने नाले कहने ठीक है। बाकी प्रापेगंडा जो थावां थावां ते कर रहे हैं ये तो सावधान रहना है। कल दीआं रिपोर्टां मेरे को एक दो थावां दीआं असलीयत दा तो रुसन वाले नूं पता होऊगा। जो उन्होंने दस्सिया जे वो सही होण तो फिर तुसीं आप ही अंदाजा ला लो कि खड़े कित्थे कित्थे हैं। तो रिपोर्टां च पता लगा कि कुछ सज्जन बाहर ऐसे प्रेमी विचरे, मारा समत बख्शे उन्होंने। उन्होंने कहना शुरू कर दिता है कि भिंडरांवाला कांग्रेस की बोली बोलने लग पिया। भिंडरांवाला पंथक मोर्चे नूं पिछां खिੱਚਦਾ है। हुण ਜਿਹੜੇ कहण वाले है उन्हां बारे तुहाडे कोल नां लै दईए ते अब्बल तुम फड़का देंगे तो नहीं, इन्हां तुहानूं जरूर पता लग जू उन्हां दा पिछोकड़ की उन्हां लोकां दे ਜਿਹੜੇ कहण वाले है। ਉਹੋ ਜਿਹੇ ਲੋਕਾਂ ਦਾ ਕਹਿਣ ਦਾ ਇੱਕੋ ਇੱਕ ਪ੍ਰਯੋਜਨ ਹੈ ਕਿ ਕਿਸੇ ਤਰੀਕੇ ਨਾਲ ਇਹਨਾਂ ਛਿੱਤਰ ਖੜਕਦਾ ਕਿ ਨਹੀਂ ਖੜਕਦਾ ਆਪਸ ਵਿੱਚ ਵੀ ਸਾਰੇ ਜਿਹੜੇ ਇੱਥੇ ਬੈਠੇ ਹੈ। ਇਹਨਾਂ ਚੀਜ਼ਾਂ ਤੋਂ ਆਪਾਂ ਸਾਵਧਾਨ ਰਹਿਣਾ। ਜਿਹੜੀ ਗੱਲ ਹੈ ਕਾਂਗਰਸੀਆਂ ਦੇ ਸਵਾਲ ਦੀ, ਇਹ ਹੁਣ ਤੁਸੀਂ ਸੋਚ ਲਓ। ਤੁਹਾਡੇ ਸਾਹਮਣੇ 2-4 ਪੁਆਇੰਟ ਮੈਂ ਰੱਖ ਦਿਆਂਗਾ, ਫੈਸਲਾ ਤੁਸੀਂ ਜਾਣ ਲੱਗੇ ਜਿਹੜਾ ਕਰ ਦਿਓਗੇ ਮੈਂ ਉਹ ਸਵੀਕਾਰ ਕਰ ਲੂੰ। ਲੀਡਰ ਹਮੇਸ਼ਾ ਫੈਸਲਾ ਆਪ ਦੇ ਹੱਥ 'ਚ ਰੱਖਦੇ ਹੈ ਤੇ ਮੈਂ ਫੈਸਲਾ ਤੁਹਾਡੇ ਹੱਥ ਦੇ ਨਾਲ, ਮੇਰੇ ਵਾਸਤੇ ਤੁਸੀਂ ਗੁਰੂ ਕੀ ਸੰਗਤ ਦੇ ਲੀਡਰ ਹੈ। ਮੈਂ ਨਾ ਤਾਂ ਤੁਹਾਡਾ ਲੀਡਰ ਹੈ ਤੇ ਨਾ ਤੁਹਾਡਾ ਸੰਤ ਹੈ, ਤੁਹਾਡਾ ਨੌਕਰ ਹੈ, ਚੌਂਕੀਦਾਰ ਹੈ। ਤੁਹਾਡੇ ਜਿਹੜੇ ਜੋੜੇ ਚੜਾਉਣੇ ਮੇਰੇ ਕੋਲ ਚੜਵਾ ਲਿਓ। ਪਰ ਜਿਹੜੇ ਭਰਾਵਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਕਿ ਕਾਂਗਰਸ ਨਾਲ ਰਲਿਆ ਹੈ, ਉਹਨਾਂ ਭਰਾਵਾਂ ਸੰਬੰਧੀ ਤੁਸੀਂ ਵੀ ਕੁਝ ਵਿਚਾਰ ਕਰ ਲਿਆ ਕਰੋ। ਤੁਹਾਡੇ ਵੀ ਦਿਮਾਗ ਰੱਬ ਨੇ ਦਿੱਤੇ, ਰੋਟੀ ਤੁਸੀਂ ਵੀ ਖਾਂਦੇ ਹੋ। ਆ ਮੋਰਚਾ ਚੱਲਦੇ ਨੂੰ 20.5 ਮਹੀਨੇ ਹੋ ਗਏ ਹੈ। ਇਹਨਾਂ ਦਿਨਾਂ ਦੇ ਵਿੱਚ ਜਿੰਨੇ ਜਥੇ ਦੇ ਲਾਇਸੈਂਸ ਬਣੇ ਸੀ ਉਹ ਸਾਰੇ ਗਵਰਨਮੈਂਟ ਨੇ ਰੱਦ ਕਰ ਦਿੱਤੇ ਆ। ਮੇਰੇ ਲਾਇਸੈਂਸ ਰੱਦ ਹੋ ਗਿਆ ਤੇ ਭਰਾ ਕਹਿੰਦੇ ਕਾਂਗਰਸੀ ਹੈ, ਤੇ ਜਿਹੜੇ ਕਹਿ ਰਹੇ ਆ ਉਹਨਾਂ ਦੇ ਲਾਇਸੈਂਸ ਬਣੇ ਆ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੇ। ਤੇ ਹੁਣ ਤੁਸੀਂ ਸੋਚ ਲਓ ਵੀ ਖੜੇ ਕਿੱਥੇ ਕਿੱਥੇ ਆ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਦੇ ਲਾਇਸੈਂਸ ਬਣਦੇ ਆ ਉਹ ਅਕਾਲੀ ਹੈ, ਤੇ ਭਿੰਡਰਾਂਵਾਲੇ ਦੇ ਲਾਇਸੈਂਸ ਰੱਦ ਹੁੰਦੇ ਕਾਂਗਰਸ ਦੇ ਰਾਜ ਵਿੱਚ, ਤੇ ਭਿੰਡਰਾਂਵਾਲੇ ਕਾਂਗਰਸੀ ਹੈ। ਭਿੰਡਰਾਂਵਾਲੇ ਦੇ ਲਾਇਸੈਂਸ ਰੱਦ ਹੋ ਗਏ ਤੇ ਕਾਂਗਰਸੀ ਉਮਰਾ ਨੰਗਲ ਦੀ ਕਾਰ ਬੈਨ ਦਾ ਲਾਇਸੈਂਸ ਬਣ ਗਿਆ ਤੇ ਉਹ ਅਕਾਲੀ। ਸਵੇਰੇ ਸ਼ਰਕ ਨੇ ਮੂਰਤਾ ਨੂੰ ਜਥਾ ਵੀ ਲਿਆਉਣਾ, ਅੱਜ ਅਖਬਾਰਾਂ 'ਚ ਆਇਆ। भिंडरांवाला किसी भी कामरेड अकाली कांग्रेसी सोशलिस्ट के किसी MLA के घरे ना वड़े तो तां भी कांग्रेसी, तो साडे सारे दे सारे भराई MLA जाके श्री गुरु ग्रंथ साहिब सच्चे पातशाह के कातल रह चुके मुख मंत्री जकरिया के रूप में दरबारे के घर रोटी खा लैन ते तां भी अकाली। एक अद्धा नहीं सारे बचा, भावें कोई एक अद्धा होवे, वो भी जो कोई बीमार हो गया होया तो तंदुरुस्त तो खा के आया होगा जरूर। दिल्ली तो आके कोई कांग्रेस का नुमाइंदा
ਇੱਥੇ ਰੋਟੀ ਖਾ ਲਵੇ ਮੇਰੇ ਕੋਲੇ ਤੇ ਜਾਂ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕ ਜਾਵੇ ਪ੍ਰੇਰਨਾ ਲੈ ਕੇ, ਉਹ ਪਿੰਡਰਾਂ ਵਾਲਾ ਨਹੀਂ ਬਣਦਾ ਗਾ। ਪਿੰਡਰਾਂ ਵਾਲਾ ਅੰਮ੍ਰਿਤ ਛਕਾਉਣ ਵਾਲਾ ਕਾਂਗਰਸੀ ਬਣ ਜਾਂਦਾ ਹੈ। ਪਰ ਜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਲੀਡਰਾਂ ਵਿੱਚੋਂ ਲੀਡਰ ਆਪਣੀ ਲੜਕੀ ਕਾਂਗਰਸੀਆਂ ਦੇ ਮੁੰਡੇ ਨਾਲ ਵਿਆਹ ਦੇਣ ਤੇ ਤਾਂ ਵੀ ਅਕਾਲੀ ਰਹਿੰਦੇ ਆ। ਪਰਸੋਂ ਚੌਥੇ ਵਿਆਹ ਹੋਣਾ ਬਾਦਲ ਦੀ ਲੜਕੀ ਦਾ, ਕੈਰੋ ਦੇ ਮੁੰਡੇ ਨਾਲ ਵਿਆਹਣੀ ਹੈ। ਤੇ ਕੈਰੋ ਪਰਿਵਾਰ ਉਹ ਹੈ ਜਿਸ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਹਿ ਚੁੱਕੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਤੁਰ ਨੂੰ ਬਰਫ਼ ਤੇ ਪਾਇਆ ਸੀ ਲੰਮਿਆ। ਜਿਸ ਪਰਿਵਾਰ ਨੇ ਉਧਰ ਲੈ ਕੋਈ ਗੁਰਮੁਖਾ ਬੱਚਾ ਛੋਟਾ ਕਰਨ ਨੂੰ ਪਤਾ ਨਹੀਂ, ਜਿਸ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਹਿ ਚੁੱਕੇ ਪ੍ਰਧਾਨ ਦੇ ਘਰ ਦੀ ਕੁਰਕੀ ਕੀਤੀ ਹੋਵੇ, ਇੱਟਾਂ ਵੇਚੀਆਂ ਹੋਣ, ਜਾਇਦਾਦ ਕੁਰਕ ਕਰ ਦਿੱਤੀ ਹੋਵੇ, ਛੱਤ ਦੀਆਂ ਕੜੀਆਂ ਵੀ ਉਤਾਰ ਕੇ ਸਾੜ ਦਿੱਤੀਆਂ ਹੋਣ, ਜਿਸ ਪਰਿਵਾਰ ਨੇ ਬਠਿੰਡੇ ਜੇਲ੍ਹ ਵਿੱਚ ਅੱਜ ਤੱਕ ਭਚੰਗੀ ਰੋਂਦਾ ਚੌਕੇ ਲਗਾ ਸਿੰਘ ਇਹ ਤੋਂ ਹੋਰ ਸਾਲ ਵੱਡਾ ਹੋ, ਇਹਦੀ ਉਮਰ ਦੇ ਬੱਚੇ ਕਾਕਾ ਇੰਦਰਜੀਤ ਸਿੰਘ ਵਰਗਿਆਂ ਨੂੰ ਵੱਢ ਕੇ ਖੂਹ 'ਚ ਸੁੱਟਿਆ ਹੋਵੇ, ਤੇ ਜਿਸ ਪਰਿਵਾਰ ਨੇ ਕਿਹਾ ਹੋਵੇ ਕਿ ਪੰਜਾਬੀ ਸੂਬਾ ਨਹੀਂ ਬਣ ਦੇਣਾ, ਸਿੱਖ ਬੋਲੀ ਤੇ ਪਾਬੰਦੀ ਲਾਵਾਂਗਾ ਤੇ ਮੁੱਖ ਮੰਤਰੀ ਦੇ ਅਹੁਦੇ ਤੇ ਹੁੰਦਿਆਂ ਹੋਏ ਫੜ ਕੇ ਸਿੱਖਾਂ ਨੂੰ ਅੰਦਰ ਸੁੱਟਾਂਗਾ, ਉਸ ਪਰਿਵਾਰ ਦੇ ਪੋਤਰੇ ਨੂੰ, ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਨੂੰ ਬਾਦਲ ਦੀ ਲੜਕੀ ਦਾ ਰਿਸ਼ਤਾ ਹੋਇਆ, 4 ਤਰੀਕ ਨੂੰ ਵਿਆਹ ਹੈ। ਹੁਣ ਉਹ ਵੀ ਮੁੱਖ ਮੰਤਰੀ ਕਾਂਗਰਸੀਆਂ ਦਾ ਸੀ, ਇਹ ਮੁੱਖ ਮੰਤਰੀ ਰਹਿ ਚੁੱਕਿਆ ਅਕਾਲੀਆਂ 'ਚ। ਦੋਹਾਂ ਘਰਾਂ ਦੀ ਰਿਸ਼ਤੇਦਾਰੀ ਪਈ ਹੈ ਤੇ ਕਾਂਗਰਸੀ ਹੈ ਪਿੰਡਰਾਂ ਵਾਲਾ। ਇਹ ਸੋਚ ਲਓ ਆਪ। ਕੋਈ ਸਿੰਘ ਤੁਹਾਡੇ ਤੋਂ ਦੱਸ ਦਿਓ ਕਦੇ ਰਾਜੀਵ ਗਾਂਧੀ ਨਾਲ ਜਾਂ ਇੰਦਰਾ ਗਾਂਧੀ ਨਾਲ ਮੇਰੀ ਮੁਲਾਕਾਤ ਕਿਸੇ ਨੇ ਵੇਖੀ ਆ, ਤੇ ਕੋਈ ਭਾਈ ਉਹਨਾਂ 'ਚੋਂ ਬੱਚਾ ਦੱਸ ਦਿਓ ਜਿਹੜਾ ਨਹੀਂ ਮਿਲਿਆ ਉਹਨਾਂ ਨੂੰ। ਨਿੱਤ ਮਿਲਣ ਵਾਲੇ ਇੰਦਰਾ ਨੂੰ ਅਕਾਲੀ, ਤੇ ਜਿਹਨੂੰ ਇੰਦਰਾ ਜ਼ੋਰ ਲਾ ਕੇ ਉਹ ਵੀ ਮੈਨੂੰ 2 ਮਿੰਟ ਗੱਲ ਕਰਨ ਨੂੰ ਦੇ ਦਿੱਤੇ ਤੇ ਉਹਨੇ ਮਿੰਟ ਵੀ ਨਾ ਦਿੱਤਾ ਹੋਵੇ ਤੇ ਉਹ ਕਾਂਗਰਸੀ। ਮੈਂ 10 ਦਿਨ ਦਿੱਲੀ ਰਹਿ ਕੇ ਆਇਆ, ਅੱਜ ਦੇ ਮੋਰਚੇ ਤੋਂ ਪਹਿਲਾਂ ਬਾਹਰ ਸੀ। 1500 ਨੂੰ ਅੰਮ੍ਰਿਤ ਛਕਾਇਆ 10 ਦਿਨਾਂ 'ਚ, ਤੇ ਟਿਕ ਕੇ ਮਰ ਗਈ ਹੈ ਇੰਦਰਾ ਤੇ ਰਾਜੀਵ ਕਿ ਸਾਡੇ ਨਾਲ ਗੱਲ ਕਰਨ ਨੂੰ ਟਾਈਮ ਦੇ ਦੇ। ਪਰ ਟਾਈਮ ਚਾਹੁੰਦੇ ਕਿਵੇਂ ਸੀ? ਕਹਿੰਦੇ ਸੀ ਕਿਸੇ ਬਾਹਰ ਕੋਠੀ 'ਚ ਆ ਕੇ ਗੱਲ ਕਰ ਲੈ। ਉਹਨਾਂ ਨੂੰ ਉੱਤਰ ਦਿੱਤਾ ਸੀ ਕਿ ਮੇਰੇ ਕੋਲ 2 ਥਾਂ ਕੇਵਲ ਤੁਹਾਡੇ ਨਾਲ ਗੱਲ ਕਰਨ ਨੂੰ, ਹੋਰ ਕੋਈ ਨਹੀਂ। ਇੱਕ ਤਾਂ ਜਿੱਥੇ ਆਸਣ ਹੈ ਉੱਥੇ ਗੱਲ ਕਰ ਸਕਦੇ ਆ, ਤੇ ਜਾਂ ਗੁਰਦੁਆਰੇ ਸਾਹਿਬਾਨ ਵਿੱਚ ਗੱਲ ਹੋ ਸਕਦੀ ਹੈ, ਬਾਕੀ ਕਿਸੇ ਕੋਠੀ ਵਿੱਚ ਨਹੀਂ। ਕੋਠੀ 'ਚ ਗੱਲਾਂ ਕਰਨੀਆਂ ਤੇ ਕੋਠੀਆਂ 'ਚ ਗੱਲਾਂ ਕਰਨ ਵਾਲੇ ਪ੍ਰੇਮੀ ਬਹੁਤ, ਉੱਥੇ ਉਹਨਾਂ ਨੇ ਕਰ ਲਿਓ। ਇੱਕ ਸਕਿੰਟ ਟਾਈਮ ਨਹੀਂ ਦਿੱਤਾ ਤੇ ਤਾਂ ਵੀ ਕਹਿੰਦੇ ਕਾਂਗਰਸੀ ਹੈ। ਇਹ ਨਿੱਤ ਗੱਲਾਂ ਕਰਦੇ ਤਾਂ ਵੀ ਕਹਿੰਦੇ ਅਕਾਲੀ ਆ। ਇਹ ਸੋਚ ਲਵੋ। ਇੱਕ ਜਿਹੜੀ ਸ਼ਾਂਤਮਈ ਹੈ, ਇਹਦੀ ਲੰਬਾਈ ਦਾ ਨਹੀਂ ਪਤਾ ਲੱਗਾ ਵੀ ਕਿੰਨੇ ਫੁੱਟ ਲੰਬੀ ਇਹ। ਇੱਕ ਬਜ਼ੁਰਗ ਸੀਗਾ, ਅੱਜ ਤਾਂ ਹੈ ਨਹੀਂ, ਉਹ ਕੱਲ ਉੱਥੇ ਸੀ ਚਲਿਆ ਗਿਆ, ਹਰਿਆਣੇ ਤੋਂ ਆਇਆ ਸੀ, ਤੁਰਦਾ ਯਾਰ ਸੀ ਉਹ। ਉਹਨੇ ਇੱਕਦਮ ਥੋੜਾ ਜਿਹਾ ਬਲਾਸ ਵਿੱਚ ਬਚਨ ਕਿਹਾ ਸੀ, ਕਹਿਣ ਲੱਗਾ ਸੰਤ ਜੀ ਜਿਹਦੇ ਕੁੜੀ ਜੰਮ ਪਵੇ ਨਾ, ਕੁੜੀ ਤੇ 20-22 ਸਾਲਾਂ ਦੀ ਹੋ ਜਾਵੇ, ਪਰਿਵਾਰ ਨੂੰ ਨੀਂਦ ਨਹੀਂ ਆਉਂਦੀ, ਸਾਡੀ ਲੜਕੀ ਵਿਆਹੁਣ ਵਾਲੀ ਹੈ, ਤੇ ਸ਼ਾਂਤੀ 40 ਸਾਲਾਂ ਦੀ ਹੋ ਗਈ, ਉਹਨੂੰ ਕੋਈ ਵੀ ਸਿੱਖ ਨਹੀਂ ਵਿਆਹੁੰਦਾ, ਸ਼ਰਮ ਲੱਥ ਗਈ ਸਾਰਿਆਂ ਦੀ। ਗੱਲ ਉਹਦੀ ਭਾਵੇਂ ਹਾਸ ਰੱਖਦੀ ਸੀ ਪਰ ਸੀ ਬੜੀ ਵਜਨ ਵਾਲੀ। ਬਾਕੀ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਵਿੱਚ 2 ਪੀੜ੍ਹੀਆਂ ਲਗਾਤਾਰ ਸ਼ਾਂਤਮਈ ਕਿਤੇ ਨਹੀਂ ਗਈ। ਗਾਂਧੀ ਦੇ ਇਤਿਹਾਸ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਵਿੱਚ 14 ਪੀੜ੍ਹੀਆਂ ਹੈਗੀ ਹੈ। ਹੁਣ ਤੁਸੀਂ ਸੋਚ ਲਓ ਵੀ ਕਿਹੜਾ ਇਤਿਹਾਸ ਮੰਨਣਾ, ਗੁਰ ਇਤਿਹਾਸ ਮੰਨਣਾ ਜਾਂ ਕਿ ਗਾਂਧੀਵਾਦ ਦਾ ਇਤਿਹਾਸ ਮੰਨਣਾ। ਸਰਾਪੇ ਗੰਢਾ ਕੀਤਾ ਜਾਂਦਾ ਹੈ, ਪਿੰਡਰਾਂ ਵਾਲੇ ਨੂੰ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੋਲਣ ਨਹੀਂ ਦਿੱਤਾ ਜਾਵੇਗਾ। ਹੁਣ ਤੁਸੀਂ ਇੱਥੇ ਆ ਕੇ ਮੈਂ ਤੁਹਾਨੂੰ ਸੁਣਾ ਲਿਆ, ਉੱਥੇ ਜਾਣਾ ਤੁਸੀਂ ਉੱਥੇ ਜਾ ਵੜਨਾ ਸੀ। ਮੈਂ ਤਾਂ ਸੰਗਤ ਵਿੱਚ ਹੀ ਪ੍ਰਚਾਰ ਕਰਨਾ, ਇੱਟਾਂ ਨੂੰ ਤਾਂ ਮੈਂ ਸੁਣਾਉਣਾ ਨਹੀਂ, ਬੰਦੇ ਨੂੰ ਸੁਣਾਉਣਾ।
पर ये इन्ना क विचार लो कि थां किहड़े किहड़े ते खड़े आ। शहीदां दी एक एक वाहद जथेबंदी ये प्रचार किया जाता है, पर जो इन्हें थोड़ा जिहा होर घोख लिया इहदे विचों कख भी नहीं निकलना। ये कहते हैं कि शहीदां दी वाहद जथेबंदी है, पर कोई उत्तर दे सकता कि 14 प्रधानों चों एक भी शहीद होया पंथ दे नां ते? संत हरकंद सिंह जी लौंगोवाल 14वें थां ते अकाली दल विच प्रधानगी ते 14 प्रधानां विचों एक भी शहीद होया तो कोई दसो। ते किसी का शहीदां नाल लिंक जुड़दा ते तां दसो। तो जिन्हों कांग्रेसी कह रहे हैं भिंडरां वाले नूं इन्हां दा मोढी शहीदी है। साडा पहला जथेदार बाबा दीप सिंह जी है, उन्हां दे 14वें थां ते मैं हुण जिन्हां दा मोढे जिन्हां दीयां जड़ां शहीदी है उन्हां दा कई ने कांग्रेसी है, तो जिन्हां एक 14 विचों एक भी शहीद नहीं होया वो कहंदे सी शहीदां दी जथेबंदी है। एक बजुर्ग से उन्हें एक गल पूछी सी, मैनू तो कोई ओहदा जवाब आया नहीं, तुसीं दे दो जो दे सकते जिन्हें बैठे खड़े हैं। उन्हें पूछा सी, कहने लगा जरनैल सिंह बजुर्ग सी बहुत वड्डा बाबा खड़क सिंह वेले दा सी, पहला पहला मिले से मोर्चा लगा तो पिछले दर्शन नहीं होए। वो कहने लगा कि इन्हां भाइयों नूं पूछियो कि 14 प्रधानों चों किसी के घर वाली शहीद हुई है, किसी का मुंडा कुड़ी कोई शहीद होया, किसी का रिश्तेदार कोई शहीद होया, उन्होंने 14 चों एक का दस दिओ तो सजा जो दोगे भुगत नूं। मैं बाबा मैनूं तो इस गल का पता नहीं, तू ही नवां फार्मूला दस्सिआ। उन्हें फिर दस्सिआ से कहने लगा मैं बाबा खड़क सिंह वेले दा जिहड़ा पहला जथेदार प्रधान सी। ये की कारण है? 14 विचों ना कोई शहीद, ना रिश्तेदार, ना पुत्र, ना घरवाली, ना धी कोई, ना तनी मित्र, वो रहे कित्थे सारे? गुरमत का इतिहास दसदे नहीं, बाहर जाके प्रापेगंडा डिगरियां का, कुर्सियां का, भावां का, पानी का, सरों तेल साबण का इस पासे जोर रहिंदा है। सिੱਖੀ ਸਰੂਪ ਦਾੜੇ ਕੇਸਾਂ ਕਿਰਪਾਨ ਵਾਲਾ ਹਥਿਆਰਾਂ ਵਾਲ ਕਿਸੇ ਦੀ ਨਿਗਾਹ ਨਹੀਂ ਕੋਈ। ਇਹ ਭਾਅ ਤੁਹਾਨੂੰ 200 ਦੇ ਸਾਥ 250 ਵੀ ਦੇ ਦੇਣ ਤੇ ਮੁੰਨ ਕੇ ਸਾਰਿਆਂ ਨੂੰ ਘਰ ਦੇਣ, ਉਹ 50 ਰੁਪਏ ਚੰਗੇ ਰਹਿਣਗੇ। ਤੇ ਜੇ 2 ਰੁਪਏ ਭਾਅ ਦੇ ਘੱਟ ਮਿਲ ਜਾਣਗੇ ਤੇ ਆਪਣੇ ਘਰ 'ਚ ਬੈਠੇ ਹੋਵੋਗੇ, ਸਿੱਖੀ ਸਰੂਪ ਸਾਹਿਬ ਤੋਂ ਗੁਰੂ ਦੇ ਸਨਮੁਖ ਹੋਵੋਗੇ, ਉਹਦਾ ਲਾਭ ਹੋਊ ਕਿ ਮੂੰਹ ਸਿਰ ਮਨਾ ਕੇ ਤੇ ਹਿੰਦੂਆਂ ਦੇ ਪੁੱਤ ਬਣ ਕੇ ਤੇ ਫੇਰ ਲਾਭ ਹੋਊਗਾ 50 ਰੁਪਏ ਨਾਲ। ਪੰਜਵੇਂ ਪਾਤਸ਼ਾਹ ਨੇ ਸ਼ਾਂਤਮਈ ਸ਼ਹੀਦੀ ਦਿੱਤੀ ਹੈ, ਸਾਰੇ ਸਿੱਖ ਇਤਿਹਾਸ ਨੂੰ ਜਾਣਦੇ, ਇਸ ਨੂੰ ਕੁਰਬਾਨੀ ਮਾਰੇ ਨੇ ਕੀਤੀ ਹੈ। ਛੇਵੇਂ ਪਾਤਸ਼ਾਹ ਨੇ ਬਦਲਾ ਲਿਆ ਹੈ, ਦੂਜੀ ਪੀੜ੍ਹੀ ਹੈ। ਨੌਵੇਂ ਪਾਤਸ਼ਾਹ ਨੇ ਸ਼ਾਂਤਮਈ ਸ਼ਹੀਦੀ ਦਿੱਤੀ ਹੈ, 10ਵੇਂ ਪਾਤਸ਼ਾਹ ਨੇ ਬਦਲਾ ਲਿਆ ਹੈ। ਇਹ ਤਾਂ ਗੁਰ ਇਤਿਹਾਸ ਹੈ, ਅੱਗੇ ਸਿੱਖ ਇਤਿਹਾਸ ਚੱਲ ਪੈਂਦਾ। ਛੋਟੇ ਸਾਹਿਬਜ਼ਾਦਿਆਂ ਸ਼ਾਂਤਮਈ ਸ਼ਹੀਦੀ ਦਿੱਤੀ ਤੇ ਬੰਦਾ ਸਿੰਘ ਬਹਾਦਰ ਨੇ ਹਜੂਰ ਸਾਹਿਬ ਤੋਂ ਆ ਕੇ ਵਜੀਦੇ ਦੀ ਛਾਤੀ ਤੇ ਘੋੜਾ ਚੜਾਇਆ ਤੇ ਜਾਨੀ ਖਾਂ ਤੇ ਮਾਨੀ ਖਾਂ ਮਰਿੰਡੇ ਵਾਲੇ ਥਾਣੇਦਾਰਾਂ ਨੂੰ ਜਿਉਂਦਿਆਂ ਨੂੰ ਕੱਢ ਕੇ ਅੰਦਰ ਮਿੱਟੀ ਦਾ ਤੇਲ ਪਾ ਕੇ ਸਾੜਿਆ ਸੀ। ਇਹ ਬਦਲਾ ਲਿਆ ਹੈ। ਸ਼ਾਂਤਮਈ ਛੇਵੇਂ ਪਾਤਸ਼ਾਹ ਨੇ ਜਦੋਂ ਤੱਕ ਰੱਖੀ ਗਵਾਲੀਅਰ ਦੇ ਕਿਲੇ 'ਚ ਰਹਿਣਾ ਪਿਆ ਤੇ ਜਦੋਂ ਬਾਬਾ ਬੁੱਢਾ ਜੀ ਤੋਂ ਆਗਿਆ ਲੈ ਕੇ ਭਾਈ ਜੇਠਾ ਤੇ ਪੁਰਾਣਾ ਜਹਾਂਗੀਰ ਦੀ ਛਾਤੀ ਤੇ ਚੜ੍ਹ ਗਏ, ਉੱਥੇ ਛੱਡਣਾ ਪਿਆ। ਕਹਿਣ ਲੱਗੇ ਛੇਤੀ ਜਾਓ ਕਿਲੇ ਤੋਂ। ਤੁਸੀਂ ਇਹ ਦੱਸੋ ਵੀ ਸ਼ਾਂਤਮਈ ਚੁੱਪ ਕਰਕੇ ਰਹੀ ਹੈ ਕਿ ਸ਼ਾਂਤਮਈ ਹਥਿਆਰ ਨਾਲ ਕਾਇਮ ਰਹੀ ਹੈ? ਮੈਂ ਸ਼ਾਂਤਮਈ ਦਾ ਹਾਮੀ ਨਹੀਂ ਹਾਂ, ਸ਼ਾਂਤਮਈ ਦੀ ਰੱਖਿਆ ਕਰਨ ਦਾ ਹਾਮੀ ਹਾਂ। ਸੁੱਕੀ ਸ਼ਾਂਤਮਈ ਚੁੱਕੀ ਫਿਰਨੀ ਛਿੱਤਰ ਖਾਈ ਜਾਂਦੇ, ਕਿੱਥੋਂ ਦੀ ਸ਼ਾਂਤਮਈ ਇਹ? ਬਾਬਾ ਮਨੀ ਸਿੰਘ ਜੀ ਦਾ ਬੰਦ ਕੱਟਿਆ ਗਿਆ, ਕੁਝ ਨਹੀਂ ਕਿਹਾ ਜਲਾਦ ਨੂੰ, ਪਰ ਜਲਾਦ ਨੇ ਤਰਸ ਨਹੀਂ ਕੀਤਾ। ਚਲੋ ਇੱਕ ਟੋਕਾ ਮਾਰ ਲਿਆ, 2 ਮਾਰ ਲਏ, ਬਸ ਕਰੇ। ਬਾਂਹ ਵੱਢ ਦਿੱਤੀ ਹੈ, ਫੇਰ ਹੀ ਬਸ ਕਰ ਵੀ ਤਾਂ ਸਿੰਘ ਬੋਲਦਾ ਹੀ ਨਹੀਂ ਅੱਗੋਂ। ਸਿਰ ਵੱਢ ਕੇ, ਲੱਤਾਂ ਢਿੱਡ ਬਾਹਾਂ ਵੱਢ ਕੇ, ਪੰਡ ਬੰਨ ਕੇ ਟੋਕਰੇ 'ਚ ਰੱਖ ਦਿੱਤਾ। ਬੜਾ ਖੁਸ਼ ਹੋ ਗਿਆ ਜਲਾਦ ਵੀ, ਮੈਂ ਸਿੱਖ ਮਾਰ ਲਿਆ। ਪਰ ਜਦੋਂ ਉਹਨਾਂ ਦੇ ਭਤੀਜਾ ਜੀ ਨੂੰ ਪਤਾ ਲੱਗਾ, ਉਹਨਾਂ ਚੁੱਕਿਆ ਖੰਡਾ ਤੇ ਜਲਾਦ ਦਾ ਸਿਰ ਵੱਢ ਲਿਆਂਦਾ, ਉਹਨੂੰ ਝਟਕਾ ਸਕਿਆ। ਸ਼ਾਂਤਮਈ ਹੋ ਗਈ। ਭਾਈ ਸਤੀ ਰਾਮ, ਭਾਈ ਦਿਆਲਾ, ਭਾਈ ਮਤੀ ਦਾਸ ਜੀ
ਇਹਨਾਂ ਸ਼ਾਂਤਮਈ ਸ਼ਹੀਦੀ ਦਿੱਤੀ ਤੇ ਨਰੰਗਾ ਬਾਜ ਨਹੀਂ ਆਇਆ। ਰਾਤ ਨੂੰ ਨਰੰਗੇ ਦੀ ਛਾਤੀ ਤੇ ਚੜ ਗਿਆ। ਉਦੋਂ ਪਿੱਛੋਂ ਦਿੱਲੀ 'ਚ ਸੌ ਨਹੀਂ ਸਕਿਆ। ਇੱਕ ਰਾਤ ਦੀ ਸ਼ਾਂਤਮਈ ਹੋ ਗਈ ਦਿੱਲੀ 'ਚ। ਜਿਸ ਸਥਾਨ ਤੇ ਅੱਜ ਤੁਸੀਂ ਦਰਸ਼ਨਾਂ ਵਾਸਤੇ ਆਏ ਹੋ, ਪਵਿੱਤਰ ਸਰੋਵਰ ਦੇ ਇਸ਼ਨਾਨ ਕੀਤੇ, ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਹੈ, ਮਨ 'ਚ ਕੋਈ ਟਿਕਾਵਾ ਆਇਆ ਹੋਵੇਗਾ। ਇਸ ਸਥਾਨ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਸਤੇ ਮੱਸੇ ਨੇ ਯਤਨ ਕੀਤਾ। ਮੱਸੇ ਰੰਗੜ ਨੇ ਹੁੱਕਾ ਇੱਥੇ ਪੀਤਾ, ਵੇਸਵਾ ਨਚਾਈ। ਤੇ ਜਦੋਂ ਗੁਰੂ ਕੇ ਸਿੱਖਾਂ ਨੂੰ ਬੀਕਾਨੇਰ 'ਚ ਪਤਾ ਲੱਗਾ, ਉੱਥੋਂ ਅਰਦਾਸਾਂ ਸੋਧ ਕੇ ਤੁਰ ਪਏ। ਨੰਬਰਦਾਰ ਬਣ ਕੇ ਇੱਥੇ ਆਣ ਕੇ ਮਾਮਲਾ ਤਾਰ ਗਏ। ਸਿਰ ਵੱਢ ਕੇ ਮੱਸੇ ਦਾ ਲਿਜਾ ਕੇ ਖੁੱਦੋ ਖੁੰਡੀ ਖੇਡੇ। ਪਿੱਛੋਂ ਸ਼ਾਂਤਮਈ ਇੱਥੇ ਹੋਈ ਸੀ, ਰਾਖੀ ਕੀਤੀ ਸ਼ਾਂਤਮਈ ਦੀ। ਉਦੋਂ ਪਿੱਛੋਂ ਅਮਰੀਕ ਸੋਂ ਫੜਿਆ ਗਿਆ ਤੇ ਆਪਾਂ ਮੋਰਚਾ ਲਾਤਾ ਜਿਹੜਾ ਹਜੇ ਚੱਲ ਰਿਹਾ, ਪਤਾ ਨਹੀਂ ਕਿੰਨਾ ਚਿਰ ਚੱਲੂ। ਤੇ ਪੁਲਿਸ ਵਾਲੇ ਮਾਰ ਮਾਰ ਕੇ ਗੋਲੀਆਂ ਭੁੰਨਣੇ ਸ਼ੁਰੂ ਕਰ ਦਿੱਤੇ। ਜਿੱਥੇ ਫੜ ਲੈਣ ਮਾੜੀ ਜਿਹੀ ਸ਼ੱਕ ਹੋ ਜਾਵੇ ਗੋਲੀ ਲਗਾਉਣੀ ਸੀ ਜੀ। ਪੁਲਿਸ ਮੁਕਾਬਲਾ ਹੋਇਆ। ਮੁਕਾਬਲਾ ਕਿਹੋ ਜਿਹਾ? ਅਗੇ ਜੀ ਭਗੌੜੇ ਨੇ ਵੀ ਗੋਲੀਆਂ ਚਲਾਈਆਂ ਤੇ ਦੋ ਪੁਲਿਸ ਨੇ, ਤੇ ਭਗੌੜੇ ਦੀ ਗੋਲੀ ਕੋਈ ਨਹੀਂ ਲੱਗੀ, ਪੁਲਿਸ ਦੀ ਗੋਲੀ ਨਾਲ ਅੱਤਵਾਦੀ ਹਲਾਕ ਹੋ ਗਿਆ। ਉਹ ਗੋਲੀਆਂ ਗਈਆਂ ਕਿੱਧਰ ਨੂੰ ਜਿਹੜੀਆਂ ਚਲਾਈਆਂ ਸੀ ਉਹਨੇ? ਮੁਕਾਬਲਾ ਖਾਲਸਾ ਜੀ ਕੇਵਲ ਦਹੇੜੂ ਹੋਇਆ। 20 ਮਹੀਨੇ ਚ ਹੋਰ ਕਿਤੇ ਨਹੀਂ ਹੋਇਆ ਪੁਲਿਸ ਨਾਲ ਮੁਕਾਬਲਾ। ਤੇ ਦਹੇੜੂ 32 ਜਾੜੇ ਫੜਨ ਵਾਲੇ ਸੀ। ਜਿਨ੍ਹਾਂ ਨੂੰ ਫੜਨ ਗਏ ਸੀ ਉਹ 2 ਸੀ। ਦੋਵੇਂ ਨਿਕਲ ਗਏ। ਦੋਵਾਂ ਨੂੰ ਗੱਡੀ ਚੜਾ ਗਏ, ਇੰਸਪੈਕਟਰ ਨੂੰ ਤੇ ਇੱਕ ਸਿਪਾਹੀ ਨੂੰ। ਨਾਲੇ ਰਾਈਫਲ ਲੈ ਕੇ ਖੋਹ ਕੇ, ਬਾਕੀ ਕੀ ਹੀਰਿਆਂ ਚ ਵੜ ਕੇ ਮੰਜਿਆਂ ਥੱਲੇ ਲੁੱਕ ਕੇ, ਤੂੜੀ ਦੇ ਕੁੱਪਾਂ ਚ ਲੁੱਕ ਕੇ ਬਚੇ ਸੀ ਪੁਲਿਸ ਵਾਲੇ। 2 ਘੰਟਾ ਪਿੱਛੋਂ ਪਿੰਡ ਵਾਲਿਆਂ ਨੇ ਜਾ ਕੇ ਤੂੜੀ ਦੇ ਕੁੱਪ ਵਿੱਚੋਂ ਤੇ ਮੰਜਿਆਂ ਥੱਲੋਂ ਕੱਢੇ ਸੀ। ਜਕਾਰੇ ਵਾਲੇ ਪਾਸੇ ਨਹੀਂ ਪੈਣਾ। ਜਕਾਰਾ ਛੱਡਣ ਜੋਗੇ ਆਪਾਂ ਹਾਂ ਨਹੀਂ। ਮੈਂ ਉਸੇ ਪਾਸੇ ਆਉਣ ਲੱਗਾ। ਤੁਹਾਨੂੰ ਜਕਾਰੇ ਵਾਲੇ ਬਣਾ ਲਵਾਂਗਾ ਮੈਂ। ਆਪਾਂ ਜਿੰਨੇ ਬੈਠੇ ਆ ਖੁਸ਼ ਰਹੇ ਆ। ਮੇਰਾ ਗੁੱਸਾ ਕਰ ਲਓ ਤੁਸੀਂ। ਸਾਰ ਕੀ ਬੋਲਦਾ ਬੋਲੀ। ਅੱਜ ਜਿੰਨੇ ਬੈਠੇ ਖੜੇ ਨਾ ਆਪਾਂ ਇੱਥੇ ਇਕੱਠੇ ਹੋਏ ਅੱਜ ਸਭ ਖੁਸ਼ ਰਹੇ ਆ। ਆਪਾਂ ਮਰਦ ਕੋਈ ਨਹੀਂ ਆਪਣੇ ਚਜੇ। ਜਕਾਰਾ ਛੱਡ ਦੇਣਾ ਤਾਂ ਕੋਈ ਜ਼ੋਰ ਨਹੀਂ ਲੱਗਣਾਗਾ। ਉਹ ਇੱਕ ਨੇ ਛੱਡਿਆ ਦੂਜੇ ਨੇ ਮਗਰੋਂ ਵਾਹਵਾ ਰੌਣਕ ਜੀ ਬਣ ਗਈ। ਇਹਦੇ ਨਾਲ ਮੈਂ ਤਾਂ ਭਤੀਜਣਾ ਨਹੀਂਗਾ। ਇਹ ਜਕਾਰ ਦਾ ਲਾਭ ਕੀ? ਇਹ ਤਾਂ ਤੁਹਾਨੂੰ ਇੱਕ ਥਾਂ ਦਾ ਸੀਨ ਦੱਸਿਆ ਵੀ ਜਿੱਥੇ ਸਚਾਈ ਦੇ ਨਾਲ ਮੁਕਾਬਲਾ ਹੋਇਆ ਉੱਥੇ ਆਹ ਹਾਲਤ ਹੋਈ ਹੈ। ਜਿੱਥੇ ਪਖੰਡ ਦਾ ਮੁਕਾਬਲਾ ਹੋਇਆ, ਫੜ ਕੇ ਮਾਰਿਆ ਗਿਆ, ਉੱਥੇ ਝਰੀਟ ਨਹੀਂ ਹੋਈ ਪੁਲਿਸ ਵਾਲੇ ਦੇ ਕਿਸੇ ਦੇ। ਤੇ ਜਦੋਂ ਪੁਲਿਸ ਵਾਲਿਆਂ ਨੂੰ ਜਵਾਬ ਮਿਲਣਾ ਸ਼ੁਰੂ ਹੋ ਗਿਆ ਅੱਗੋਂ, ਬੀਬੇ ਇੱਧਰ ਬੈਠੋ, ਇੱਧਰ ਬੈਠੋ ਬੀਬੀਆਂ ਚ। ਤੇ ਉਸ ਵੇਲੇ ਕਿਸੇ ਮਾਈ ਦੇ ਲਾਲ ਨੂੰ ਕੌੜਾ ਅੱਖ ਚੱਬਣਾ ਪਿਆ ਤੇ ਪੁਲਿਸ ਵਾਲਿਆਂ ਨੂੰ ਜਵਾਬ ਦੇਣਾ ਸ਼ੁਰੂ ਹੋ ਗਿਆ। ਹੁਣ ਪੰਜਾਬ ਦੇ ਵਿੱਚ ਪੁਲਿਸ ਹੈਗੀ ਆ, ਦੱਸੋ ਕਦੇ ਕਿਸੇ ਪੁਲਿਸ ਵਾਲੇ ਨੇ ਝੂਠਾ ਮੁਕਾਬਲਾ ਬਣਾ ਕੇ ਕੋਈ ਸਿੱਖ ਮਾਰਿਆ ਤੇ ਦੱਸੋ। ਹੁਣ ਵੀ ਗੋਲੀਆਂ ਕੋਲ ਆ ਉਹਨਾਂ ਦੇ, ਬੰਦੂਕਾਂ ਕੋਲ ਆ, ਤੋਪਾਂ ਵੀ ਕੋਲ ਆ, ਸਿਰ ਤੇ ਵੀ ਉਹਨਾਂ ਦੇ ਬੈਠੇ ਅਜੇ, ਪਰ ਹੱਥ ਕੋਈ ਨਹੀਂ ਲਾਉਂਦਾ। ਪਿੱਛੋਂ ਇਹ ਸ਼ੁਰੂ ਕਹਿਣਾ ਕਰ ਦਿੱਤਾ ਕਿ ਭਿੰਡਰਾਂ ਵਾਲਾ ਕਾਂਗਰਸੀ ਉਹ ਤੁਹਾਨੂੰ ਆਪਾਂ ਨੇ ਦੱਸ ਚੁੱਕੇ ਹਾਂ। ਮੈਂ ਚੁੱਪ ਹੋ ਗਿਆ। 4 ਮਹੀਨੇ ਤੋਂ ਕਿਸੇ ਅਖਬਾਰ ਵਿੱਚ ਪੜ੍ਹਿਆ ਕਿ ਮੋਟਰਸਾਈਕਲ ਚੱਲਦੇ ਆ। ਮੋਟਰਸਾਈਕਲ ਵੀ ਬੰਦ ਹੈ ਤੇ ਕੰਮ ਵੀ ਬੰਦ ਹੈ। ਤੇ 14 ਤਾਰੀਖ ਤੋਂ ਲੈ ਕੇ 20 ਤਾਰੀਖ ਤੱਕ ਕੀ ਵਾਪਰੀ ਆਪਣੇ ਨਾਲ ਸਿੱਖਾਂ ਨੇ ਭਲਾ? ਮਾਡਲ ਤੋੜਿਆ ਰੇਲਵੇ ਸਟੇਸ਼ਨ ਤੇ ਦਰਬਾਰ ਸਾਹਿਬ ਦਾ 80,000 ਰੁਪਏ ਦਾ ਬਣਿਆ ਸੀ। ਉਹ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਫੋਟੋ ਵੱਢੀ ਗਈ ਤੇ ਚਿਹਰੇ ਤੇ ਛਿੱਤਰ ਮਾਰੇ ਗਏ। ਤੇ ਸਾਡੀ ਸ਼ਾਂਤਮਈ ਹਰਿਆਣੇ ਦੇ ਵਿੱਚ 24 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾੜ ਦਿੱਤੇ ਅੱਗ ਲਾ ਕੇ। 6 ਗੁਰਦੁਆਰੇ ਸਾੜ ਦਿੱਤੇ। 12 ਟਰੱਕ ਤੇ 2 ਕਾਰਾਂ ਸਿੱਖਾਂ ਦੀਆਂ ਸਾੜ ਦਿੱਤੀਆਂ। 125 ਸਿੰਘਾਂ ਦੇ ਮੂੰਹ ਸਿਰ ਮੁੰਨ ਕੇ ਇੱਥੇ ਭੇਜ ਦਿੱਤੇ। ਸੈਂਕੜੇ ਦੁਕਾਨਾਂ ਸਾੜੀਆਂ। 3 ਸਿੱਖ ਲੜਕੀਆਂ ਅਲਫ ਨੰਗੀਆਂ ਕਰਕੇ ਸੜਕ ਤੋਂ 2 ਘੰਟੇ ਖੜੀਆਂ ਰੱਖੀਆਂ। 7 ਦਿਨ ਕੰਮ ਹੁੰਦਾ ਰਿਹਾ। ਤਾਂ ਆਪਣਾ ਫਾਰਮੂਲਾ ਕੀ ਸੀ? ਪੁਰ ਜ਼ੋਰ ਸ਼ਬਦਾਂ 'ਚ ਨਿਖੇਧੀ ਕਰਦੇ ਆ, ਛਿੱਟੇ ਗੰਭੀਰ ਨਿਕਲਣਗੇ, ਸਰਕਾਰ ਜ਼ਿੰਮੇਵਾਰ ਹੋਵੇਗੀ। ਤੇ ਚੌਥਾ ਪੁਆਇੰਟ ਸੀ ਇਹ ਕੰਮ ਸਰਕਾਰ ਦੇ ਏਜੰਟਾਂ ਦਾ, ਸਿੱਖ ਇਤਿਹਾਸ ਇਹਨਾਂ ਨੂੰ ਮੁਆਫ ਨਹੀਂ ਕਰੇਗਾ। ਇਸ ਤੋਂ ਬਾਅਦ ਕੁਝ ਨਹੀਂ। ਤੇ ਇਹ ਕਿਹੜਾ ਸੋਨੇ ਵਾਲਾ ਤੇ ਆਪਣੇ ਇਹ
ਬਿਆਨ ਆਉਂਦੇ ਰਹੇ ਤੇ ਜਦੋਂ ਇੱਥੇ ਪਤਾ ਲੱਗਾ ਕਿ ਸਿੱਖ ਲੜਕੀਆਂ ਦੀ ਬੇਇੱਜ਼ਤੀ ਕੀਤੀ ਤੇ ਲੜਕੀਆਂ ਰੋ ਰਹੀਆਂ ਸੜਕ 'ਤੇ, ਕੋਈ ਛਡਾਉਂਦਾ ਨਹੀਂ ਉਹਨਾਂ ਨੂੰ। ਜਿਨ੍ਹਾਂ ਦੀਆਂ 30-30 ਹਜ਼ਾਰ ਛਡਾਈਆਂ ਸੀ ਉਹਨਾਂ ਦੇ ਛਡਾਉਣ ਵਾਲੇ ਲੋਕਾਂ ਦੀਆਂ ਨੰਗੀਆਂ ਭੈਣਾਂ ਕੀਤੀਆਂ। ਨਹੀਂ ਰਿਹਾ ਗਿਆ ਸਿੱਖਾਂ ਤੋਂ। ਉੱਠ ਕੇ ਛੱਲੀ ਰਾਮ ਉਹਨਾਂ ਦੀਆਂ ਢੇਰੀਆਂ ਲਾਤੀਆਂ ਵੀ ਰਾਤ ਨੂੰ। ਅੱਜ ਮੇਰੇ ਖਿਆਲ 'ਚ 1 ਤਰੀਕ ਹੋਣੀ ਹੈ ਜਾਂ 31 ਹੋਊਗੀ, ਇੱਥੇ ਕਿ ਹੋਣੀ ਹੈ। ਅੱਜ ਪਹਿਲੀ ਕਹਿੰਦੇ ਆ, 1.25 ਮਹੀਨੇ ਤੋਂ ਉੱਪਰ ਹੋ ਗਿਆ, 40 ਦਿਨਾਂ ਤੋਂ। ਕਦੇ ਕਿਸੇ ਅਖਬਾਰ 'ਚ ਖਬਰ ਪੜੀ ਕਿ ਹਰਿਆਣੇ ਕੇ ਸਿੱਖ ਦੀ ਦੁਕਾਨ ਸਾੜੀ ਹੈ ਜਾਂ ਕੋਈ ਸਿੱਖ ਮਾਰਿਆ? ਹੁਣ ਵੀ ਤਾਂ ਭਾਵੇਂ ਨਾਲ ਉਹੀ ਹੈ। ਅਖਬਾਰਾਂ ਵਾਲਿਆਂ ਨੇ ਪੁੱਛਿਆ ਸੀ, ਕਹਿੰਦੇ ਸੀ ਕਿ ਹਰਿਆਣੇ ਬਾਰੇ ਕੋਈ ਗੱਲ ਦੱਸੋ। ਮੈਂ ਤਾਂ ਉਹਨਾਂ ਨੂੰ ਇੱਕ ਉੱਤਰ ਦਿੱਤਾ, ਤੁਹਾਨੂੰ ਪਤਾ ਨਹੀਂ ਫਿੱਟ ਬੈਠੂ ਕਿ ਨਾ। ਦਾਸ ਨੇ ਤਾਂ ਇਹ ਉੱਤਰ ਦਿੱਤਾ ਸੀ ਕਿ ਜਿਨ੍ਹਾਂ ਸਾਡੇ ਇਸ਼ਟ ਨੂੰ ਅੱਗ ਲਾਈ ਹੈ, ਗੁਰਦੁਆਰਾ ਸਾਹਿਬਾਨ ਸਾੜਿਆ, ਸਾਡੀਆਂ ਭੈਣਾਂ ਦੀ ਇੱਜ਼ਤ ਲੁੱਟੀ ਹੈ, ਜਦੋਂ ਤੱਕ ਉਹਨਾਂ ਨੂੰ ਸਾਰਿਆਂ ਨੂੰ ਗੱਡੀ ਨਹੀਂ ਚੜਾਉਂਦੇ ਤਦੋਂ ਤੱਕ ਹਿਰਦਾ ਸ਼ਾਂਤ ਨਹੀਂ ਹੋਵੇਗਾ। ਤੇ ਮੁੱਢ ਭਜਨ ਲਾਲ ਤੇ ਭਜਨ ਲਾਲ ਨੂੰ ਸੁਨੇਹਾ ਵੀ ਭੇਜਦਾ ਕਿ ਬੱਚੂ ਭਾਵੇਂ ਸਮੁੰਦਰ 'ਚ ਘਰ ਪਾ ਲਈ, ਜਾ ਕੇ ਤੈਨੂੰ ਮਿਲਾਂਗੇ ਜ਼ਰੂਰ, ਸਮਾਂ ਤਾਂ ਭਾਵੇਂ ਵੱਧ ਘੱਟ ਲੱਗ ਜੇ। ਉਹਨੂੰ ਮਿਲਣਾ ਕਰਾਰੇ ਹੱਥੀਂ ਜਿੱਦਾਂ ਸੂਤ ਲੱਗ ਗਿਆ। ਉਹਦੀ ਬਾਤ ਜੋ ਵੀ ਰੋਜ਼ਾਨਾ ਮੈਨੂੰ ਚੁਕਾਉਣਾ ਪਵੇਗਾ ਉਹ ਚੁਕਾਊਂਗਾ। ਇਹ ਰੁਚੀ ਹੋਰ ਪਾਸੇ ਜਾ ਰਹੀ ਹੈ ਸਾਰਿਆਂ ਦੀ। ਪ੍ਰਾਪੇਗੰਡਾ ਸੁਣ ਕੇ ਤੇ ਸ਼ਿਕਾਰ ਹੋਈ ਜਾਂਦੇ ਉਹਨਾਂ ਦਾ। ਆ ਜਿੰਨੀਆਂ ਮੈਂ ਸੰਮਤੀਆਂ ਦੇ ਤੁਹਾਨੂੰ ਪਹਿਲਾਂ ਨਾਂ ਦੱਸੇ, ਹਿੰਦੂ ਸੰਮਤੀਆਂ ਦੇ 500 ਬੰਦੂਕ ਧਰਿੰਦਰ ਬ੍ਰਹਮਚਾਰੀ ਕੋਲੋਂ ਫੜੀ ਗਈ ਹੈ। 230 ਗ੍ਰਨੇਡ ਪਵਨ ਕੁਮਾਰ ਕੋਲੋਂ ਫੜੇ ਗਏ ਹੈ। 1000 ਟਨ ਚਰਬੀ ਬਠਿੰਡੇ ਤੋਂ ਸੰਗਤ ਆਈ, ਉਹਨਾਂ ਨੂੰ ਪਤਾ, ਤੁਹਾਨੂੰ ਵੀ ਅਖਬਾਰਾਂ ਵਾਲੇ ਪੜ੍ਹਨ ਵਾਲਿਆਂ ਨੂੰ ਪਤਾ ਹੋਊ। 1000 ਟਨ ਚਰਬੀ ਬਠਿੰਡੇ ਹਿੰਦੂਆਂ ਦੇ ਘਰੋਂ ਫੜੀ ਗਈ। ਤੰਬਾਕੂ ਸੁੱਟਦਾ ਇਹ ਪ੍ਰਕਰਮਾਂ ਦੇ ਵਿੱਚ ਹਿੰਦੂ ਫੜਿਆ ਗਿਆ, ਸਾਰੇ ਰਿਹਾ ਕਰ ਦਿੱਤੇ। ਇੰਦਰਾ ਗਾਂਧੀ ਕਹਿੰਦੀ ਪੰਜਾਬ ਦੇ ਸਿੱਖ ਸੋਚ ਲਵੋ, ਬਾਹਰਲੇ ਸਿੱਖਾਂ ਦਾ ਕੀ ਬਣੇਗਾ। ਧਮਕੀ ਦਿੱਤੀ ਉਹਨੇ। ਭੱਟਾਚਾਰੀਆ ਕਹਿੰਦਾ ਨਛੱਤਰ ਸਿੰਘ ਨੂੰ ਫਾਂਸੀ ਲੱਗਣੀ ਚਾਹੀਦੀ ਹੈ, ਲਾਲੇ ਵਾਲੇ ਕੇਸ ਨੂੰ। ਉਹਦੇ ਤੇ ਕੋਈ ਮੁਕੱਦਮਾ ਨਹੀਂ ਦਰਜ ਹੋਇਆ। ਕੇਵਲ ਕ੍ਰਿਸ਼ਨ ਰਹਿ ਚੁੱਕਾ ਵਿੱਤ ਮੰਤਰੀ ਪੰਜਾਬ ਦਾ। ਉਹ ਕਹਿੰਦਾ ਹੈ ਕਿ ਸਮੂਹ ਸਿੱਖ ਸੰਪਰਦਾਵਾਂ ਖਤਮ ਕਰ ਦਿੱਤੀਆਂ ਜਾਣਗੀਆਂ। ਹਰਬੰਸ ਲਾਲ ਖੰਨਾ ਇੱਥੇ ਰਹਿੰਦਾ, ਤੁਸੀਂ ਤਾਂ ਭਾਵੇਂ ਕਿਸੇ ਨੇ ਵੇਖਿਆ, ਮੇਰੇ ਤਾਂ ਮੱਥੇ ਲੱਗਾ ਨਹੀਂ ਕਦੇ। ਉਹ ਕਹਿੰਦਾ ਕਿ ਦੁੱਕੀ ਟਿੱਕੀ ਖਾਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਕਾਚਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ। ਇਹ ਨਾਰੇ ਉਹਨੇ ਲਾਏ ਤੇ ਇਸ਼ਤਿਹਾਰ ਵੀ ਵੰਡੇ ਸੀ। ਉਹਦੇ ਤੇ ਕੋਈ ਮੁਕੱਦਮਾ ਕਿਸੇ ਨੇ ਦਰਜ ਨਹੀਂ ਕੀਤਾ। ਤੇ ਹਿੰਦੂ ਜਾਤ ਸੰਘ ਸੰਮਤੀ ਵਾਲੇ ਉਹਨਾਂ ਨੇ ਅਲਟੀਮੇਟਮ ਹੀ ਦੇ ਦਿੱਤਾ ਸੀ ਕਿ 5 ਦਸੰਬਰ ਤੱਕ ਸਾਰੇ ਸਿੱਖ ਰਾਜਸਥਾਨ ਦੇ ਕਸ਼ਹਿਰਾ ਧਰਨਾ ਚੁੱਕੋ ਤੇ ਪੰਜਾਬ ਨੂੰ ਨਿਕਲ ਜਾਓ। 3 ਦਿਨ ਪਾਰਲੀਮੈਂਟ ਦਾ ਸੈਸ਼ਨ ਚੱਲਦੇ ਨੂੰ ਹੋ ਗਏ ਸੀ, ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਬਿਨਾਂ ਨਖੇਦੀ ਤੋਂ। ਉਹ ਜਦੋਂ ਪਤਾ ਲੱਗਾ ਕਿ ਸਿੰਘਾਂ ਨੇ ਕੁੱਟ ਪਊਗੀ, ਇੱਕ ਬਿਆਨ ਮੈਂ ਵੀ ਛੋਟਾ ਜਿਹਾ ਦੇ ਦਿੱਤਾ ਵੀ ਜੇ ਰਾਜਸਥਾਨ ਦੇ ਸਿੱਖ ਇੱਧਰ ਭੇਜਣੇ ਆ ਤੇ ਪੰਜਾਬ ਦੇ ਹਿੰਦੂ ਸਾਰੇ ਪ੍ਰਲੋਕ ਦੀ ਤਿਆਰੀ ਕਰ ਲਵੋ, ਕਿਉਂਕਿ ਉਹਨਾਂ ਨੂੰ ਬਿਠਾਉਣਾ ਸਿੱਖਾਂ ਨੂੰ ਆਇਆਂ ਨੂੰ। 3 ਦਿਨ ਪਾਰਲੀਮੈਂਟ ਦੇ ਵਿੱਚ ਅੱਗ ਲੱਗੀ ਰਹੀ ਹੈ। ਹੁਣ ਕਹਿੰਦੇ ਜੀ ਆਖਿਆ 25 ਧਾਰਾ ਸਾੜ ਕੇ ਸਿੱਖਾਂ ਨੇ ਵਿਧਾਨ ਦਾ ਅਪਮਾਨ ਕੀਤਾ। ਇਹਨਾਂ ਨੂੰ ਪੁੱਛੋ ਤੁਸੀਂ ਸਤਿਕਾਰ ਕੀਤਾ? ਵਿਧਾਨ ਦੇ ਕਾਨੂੰਨ ਮੁਤਾਬਕ ਇਹ ਲਿਖਿਆ ਹੈ ਕਿ ਜਿਹੜਾ ਬੰਦਾ ਸੈਸ਼ਨ ਦੇ ਵਿੱਚ ਮੌਜੂਦ ਨਾ ਹੋਵੇ ਉਹਦੇ ਵਿਰੁੱਧ ਕੋਈ ਸਵਾਲ ਨਹੀਂ ਉਠਾਇਆ ਜਾ ਸਕਦਾ। ਕਾਨੂੰਨ ਵਿੱਚ ਲਿਖਿਆ ਹੋਇਆ ਹੈ। ਤੇ ਪਿੰਡਰਾਂ ਵਾਲੇ ਇੱਥੇ ਤੁਹਾਡੇ 'ਚ ਬੈਠਾ ਤੇ ਜਾਨ ਮੇਰੀ ਨੂੰ ਉੱਥੇ ਰੋਂਦੇ ਰਹੇ 3 ਦਿਨ ਦਿੱਲੀ 'ਚ ਬਹਿ ਕੇ। ਇਹਨਾਂ ਨੇ ਪਾਲਣਾ ਕੀਤੀ ਵਿਧਾਨ ਦੀ। ਇਹ ਜਿੰਨੇ ਬੰਦਿਆਂ ਦਾ ਮੈਂ ਨਾਂ ਲੈ ਕੇ ਤੁਹਾਨੂੰ ਦੱਸਿਆ ਹੈ, ਕਦੇ ਹਿੰਦੁਸਤਾਨ ਦੇ 70 ਕਰੋੜ ਹਿੰਦੂਆਂ ਵਿੱਚੋਂ ਕਦੇ ਕਿਸੇ ਨੇ ਨਿਖੇਧੀ ਕੀਤੀ ਹੈ? ਕਦੇ ਕਿਸੇ ਨੇ ਕਿਹਾ ਸਾਡਾ ਕੋਈ ਸੰਮਤੀ ਨਾਲ ਕੋਈ ਸੰਬੰਧ ਨਹੀਂ, ਜਾਂ ਗਊ ਦੀ ਚਰਬੀ ਵਾਲੇ ਨਾਲ ਕੋਈ ਸੰਬੰਧ ਨਹੀਂ, ਜਾਂ ਰਾਈਫਲਾਂ ਬੰਦੂਕਾਂ ਵਾਲਿਆਂ ਨਾਲ ਕੋਈ ਸੰਬੰਧ ਨਹੀਂ? ਕਦੇ ਨਹੀਂ ਕਿਹਾ। ਇਹ ਜ਼ਰੂਰ ਕਿਹਾ ਰਾਜੀਵ ਨੇ ਜਦੋਂ ਆਪਣੀ ਬੇਇੱਜ਼ਤੀ ਹੋਈ ਹਰਿਆਣੇ 'ਚ ਕਿ ਮੈਂ ਹਿੰਦੂਆਂ ਦਾ ਧੰਨਵਾਦ ਕਰਦਾ, ਉਹਨਾਂ ਨੇ ਸਬਰ ਤੋਂ ਕੰਮ ਲਿਆ। ਵਰਿੰਦਰ ਨੇ ਖਬਰ ਦਿੱਤੀ ਹੈ ਕਿ ਮੈਂ ਹਿੰਦੂਆਂ ਨੂੰ ਵਧਾਈ ਦਿੰਦਾ, ਉਹਨੇ ਸੰਤੋਖ ਤੋਂ ਕੰਮ ਲਿਆ। ਮੈਂ ਆਪ ਤਾਂ ਇੱਕ ਖਬਰ ਪੜ੍ਹੀ ਨੇ, ਕੱਲ੍ਹ ਮੈਨੂੰ ਪਤਾ ਲੱਗਾ ਇੰਦਰਾ ਗਾਂਧੀ ਦਾ ਕਿਤੇ ਬਿਆਨ ਆਇਆ, 1-2 ਦਿਨ ਹੀ ਹੋਏ ਹੈ। ਉਹਨੇ ਬਿਆਨ ਦਿੱਤਾ ਕਿ ਜਿਹੜਾ ਸਰਹੱਦੀ ਸੂਬਾ ਹੈ
ਇਹਦੇ ਵਿੱਚ ਉਹਨਾਂ ਲੋਕਾਂ ਦੇ ਹੱਥ 'ਚ ਰਾਜ ਦੀ ਵਾਗਡੋਰ ਕਿਵੇਂ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਲੋਕਾਂ ਤੇ ਜਨਤਾ ਨੂੰ ਭਰੋਸਾ ਨਹੀਂ ਰਿਹਾ। ਇਹ ਅਰਥ ਕੱਢ ਲਓ ਕੀ ਨਿਕਲਣਗੇ। ਉਹ ਸਿੱਖਾਂ ਨੂੰ ਰਾਜ ਦੇਣੇ ਪਸੰਦ ਨਹੀਂ ਕਰਦੀ, ਪਰ ਕਿਸੇ ਨੇ ਨਿਖੇਧੀ ਨਹੀਂ ਕੀਤੀ ਹਿੰਦੂ ਨੇ, ਤੇ ਆਪਣੇ ਭਾਈਆਂ ਨੂੰ ਪਤਾ ਨਹੀਂ ਸੁਪਨੇ 'ਚ ਰਾਤ ਨੂੰ ਕੀ ਦਿਸਿਆ ਹੈ। ਜੇ ਤਾਂ ਦਲ ਖਾਲਸੇ ਦਾ ਨਾਂ ਰੱਖ ਲਿਆ ਕਿਸੇ 5-7 ਮੁੰਡਿਆਂ ਨੇ ਰਲ ਕੇ ਸਿੱਖਾਂ ਦਿਆਂ ਨੇ, ਤੇ ਸਾਡੇ ਭਾਈਆਂ ਦੇ ਬਿਆਨ ਹੁੰਦੇ ਆ ਕਿ ਸਾਡਾ ਦਲ ਖਾਲਸੇ ਨਾਲ ਕੋਈ ਸਬੰਧ ਨਹੀਂ ਗਾ। ਜੇ ਖਾਲਸਾ ਦਾ ਨਾਰਾ ਕਿਸੇ ਨੇ ਲਾ ਦਿੱਤਾ, ਕਹਿੰਦੇ ਸਾਡਾ ਇਹਨਾਂ ਨਾਲ ਵੀ ਕੋਈ ਸਬੰਧ ਨਹੀਂ। ਜੇ ਜਹਾਜ਼ ਲੈ ਕੇ ਗਜਿੰਦਰ ਸਿੰਘ ਨਹੀਂ ਉੱਠ ਗਏ, ਕਹਿੰਦੇ ਸਾਡਾ ਇਹਨਾਂ ਨਾਲ ਵੀ ਕੋਈ ਸਬੰਧ ਨਹੀਂ। ਇਹ ਪਿੱਛੋਂ ਜੋ ਆਣ ਕੇ ਤਾਂ ਲਾਗੇ ਸਬੰਧ ਕਰਨ ਗੱਲ ਮੈਂ ਪਹਿਲਾਂ ਨਹੀਂ ਕਰ ਰਿਹਾ। ਜੇ ਮੋਟਰਸਾਈਕਲ ਤੇ ਕੋਈ ਚੜ ਕੇ ਸ਼ਹੀਦਾਂ ਦਾ ਹੱਕ ਲਾਇਆ, ਕਹਿੰਦੇ ਸਾਡਾ ਇਹਨਾਂ ਨਾਲ ਵੀ ਕੋਈ ਸਬੰਧ ਨਹੀਂ। ਤੇਰੇ ਪਿੰਡਰਾਂ ਵਾਲੇ ਨੇ ਕੇਸ ਦਾੜਾ ਰਖਾ ਕੇ ਸ਼ਰਾਬ ਛਡਾ ਕੇ ਅੰਮ੍ਰਿਤ ਛਕਾ ਕੇ ਤੇ ਖਾਲਸਾ ਪੰਥ ਦੇ ਨੁਮਾਇੰਦੇ ਪੈਦਾ ਕਰਨੇ ਸ਼ੁਰੂ ਕਰ ਦਿੱਤੇ, ਤੇ ਕਹਿੰਦੇ ਪਿੰਡਰਾਂ ਵਾਲੇ ਨਾਲ ਵੀ ਕੋਈ ਸਬੰਧ ਨਹੀਂ। ਦੀਵਾਨ ਹਾਲ ਮੰਜੀ ਸਾਹਿਬ 'ਚ ਨਹੀਂ ਬੋਲਣ ਦਿੱਤਾ ਜਾਵੇਗਾ। ਤੁਸੀਂ ਬੋਲੇ ਹੋ ਕੋਈ? ਉਹ ਪੁੱਛਿਆ ਕਿਸੇ ਨੇ ਵੀ ਉਹਨੇ ਕਿਹੜੀ ਗਊ ਮਾਰੀ ਆ, ਕਿਉਂ ਵੀ ਬੋਲਦੇ ਨਹੀਂ ਹੁਣ? ਜਦੋਂ ਮੇਰੇ ਕੋਲੇ ਆਉਂਦੇ ਆ ਉਹਦੇ ਕੋਲੇ ਚੁੱਕ ਲੈਂਗੇ ਫੱਟੇ, ਸਾਰਾ ਫਿਕਰ ਨਾ ਕਰ ਤੂੰ ਮਾਰਾ ਸੁਨੇਹਾ ਦੇ, ਕੀੜੀ ਦੀ ਲੱਤ ਨਹੀਂ ਟੁੱਟਦੀ, ਫੱਟਾ ਕਿੱਥੋਂ ਚੁੱਕ ਲਿਆਉਂਗੇ? 20 ਮਹੀਨੇ ਦੇ ਫੱਟੇ ਚਰਾ ਕੇ ਰੱਖੇ ਕਿੱਥੇ ਇਹਨੇ? ਆ ਜਿੰਨੇ ਸਿੱਖ ਬੈਠੇ ਖੜੇ ਹੋ ਸਾਰੇ ਸਰੀਰਕ ਤੌਰ ਤੇ ਮੈਂ ਭਾਵੇਂ ਬਹੁਤਿਆਂ ਨੂੰ ਜਾਣਦਾ ਹੋਊਗਾ, ਨਾਵਾਂ ਦੇ ਤੌਰ ਤੇ ਨਹੀਂ। ਇੱਕ ਬੰਦਾ ਤੁਹਾਡੇ ਚ ਉੱਠ ਕੇ ਮੇਰੇ ਸਾਹਮਣੇ ਆ ਕੇ ਕਹੋ ਕਿਸੇ ਦੇ ਘਰੇ ਪੁਲਿਸ ਗਈ ਹੋਵੇ ਤੇ ਮੈਨੂੰ ਸੁਨੇਹਾ ਆਇਆ ਹੋਵੇ ਤੇ ਦੁਬਾਰਾ ਪੁਲਿਸ ਘਰੇ ਵੜੀ ਹੋਵੇ, ਕੋਈ ਦੱਸ ਦਿਓ ਉੱਠ ਕੇ। ਮੈਂ ਸਾਰਿਆਂ ਦੇ ਬਾਪ ਤੇ ਸਟੈਂਡ ਤੇ ਖੜਾ ਤੇ ਸਿਰ ਭਾਵੇਂ ਲੱਗ ਜਾਵੇ ਪਰ ਸਿੱਖਾਂ ਦੇ ਕੁੱਟ ਨਹੀਂ ਪੈਣ ਦੇਣੀ। ਤੇ ਢੇਲੇ ਢੇਲੇ ਦੇ ਬੰਦੇ ਉੱਠ ਕੇ ਕਹਿਣ ਕਿ ਪਿੰਡਰਾਂ ਵਾਲਾ ਸਰਕਾਰ ਦਾ ਏਜੰਟ ਹੈ ਤੇ ਪੰਥ ਦਾ ਗਦਾਰ ਹੈ, ਤੇ ਤੁਸੀਂ ਖੁਸਰਿਆਂ ਨੂੰ ਬਹਿ ਜਾਂਦੇ ਉੱਥੇ ਬਾਹਰ ਉੱਠ ਕੇ ਉਹਨੂੰ ਪੁੱਛਦੇ ਕਿਉਂ ਨਹੀਂ? ਆ ਤਾਲਬ ਸਿੰਘ ਸੰਧੂ ਲੁਧਿਆਣੇ ਜ਼ਿਲ੍ਹੇ ਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੁਣ ਤਾਂ ਜੇਲ੍ਹ 'ਚ ਉਹ। ਹਰੀ ਸਿੰਘ ਜੀਰਾ ਫਿਰੋਜ਼ਪੁਰ ਜ਼ਿਲ੍ਹੇ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ। ਸੁੱਚਾ ਸਿੰਘ ਛੋਟੇਪੁਰ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਧਾਨ। ਜਸਵੰਤ ਸਿੰਘ ਐਡਵੋਕੇਟ ਬਠਿੰਡੇ ਤੋਂ ਪਿੱਛੋਂ ਦਾ ਭਾਵੇਂ ਉਹਨੇ ਕਮੇਟਾ ਹੀ ਪਾਸ ਕਰ ਦਿੱਤਾ, ਪਰ 6 ਸਤੰਬਰ ਦੀ ਅਜੀਤ ਵਿੱਚ ਉਹ ਖਬਰ ਦੇ ਗਏ ਹੈ ਅਖੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਪਿੰਡਰਾਂ ਵਾਲਾ ਸਰਕਾਰ ਦੇ ਵਾਹਿਗੁਰੂ ਕਾਂਗਰਸ ਦੇ ਏਜੰਟ ਤੇ ਪੰਥ ਦੇ ਗਦਾਰ ਹੈ। ਤੇ ਪੜ੍ਹ ਕੇ ਬਹਿ ਗਏ ਚੁੱਪ ਕਰਕੇ ਪਿੰਡਾਂ 'ਚ। ਰੜਕ ਕਿੱਥੇ ਤੁਹਾਡੇ 'ਚ? ਇਹ ਨਹੀਂ ਮੈਂ ਕਹਿ ਰਿਹਾ ਕਿ ਪਿੱਛੇ ਜੋ ਤੁਹਾਨੂੰ ਕਿਸੇ ਨੇ ਤੰਗ ਕੀਤਾ, ਗਾਂ ਨੂੰ ਵੀ ਪਿੰਡ ਵਿੱਚ ਕਿਸੇ ਨੂੰ ਪੁਲਿਸ ਤੰਗ ਕਰਦੀ ਹੈ, ਸੁਨੇਹਾ ਜ਼ਰੂਰ ਦੇ ਦਿਓ ਇੱਕ ਵਾਰ ਤੇ ਫਿਰ ਉਹਦਾ ਨਜ਼ਾਰਾ ਵੇਖ ਲਿਓ। 2 ਗੱਲਾਂ ਚੇਤੇ ਰੱਖੋ ਤਾਂ ਕੰਮ ਸੌਖਾ ਹੋ ਜੂ। ਇੱਕ ਤਾਂ ਪੇਟੀ ਨੰਬਰ ਯਾਦ ਰੱਖਿਓ, ਜਿਹੜਾ ਕੁੱਟਦਾ ਹੈ ਤੁਹਾਨੂੰ ਕੋਈ ਪੁਲਿਸ ਵਾਲਾ, ਉਹਦਾ ਪੇਟੀ ਨੰਬਰ ਜ਼ਰੂਰ ਚੇਤੇ ਰੱਖਿਓ। ਤੇ ਜੇ ਉਹਦਾ ਨਾਂ ਤੇ ਉਹਦੇ ਪਿੰਡ ਦਾ ਪਤਾ ਲੱਗ ਜਾਏ ਤਾਂ ਛੇਤੀ ਹਿੰਮਤ ਹੋ ਜੂ, ਨਹੀਂ ਤਾਂ ਖੇਚਲ ਕਰਨੀ ਪੈਂਦੀ ਭਾਲਣ ਦੀ। ਇੰਨੀ ਕੁ ਜ਼ਿੰਮੇਵਾਰੀ ਤਾਂ ਤੁਸੀਂ ਚੁੱਕ ਸਕਦੇ ਹੋ, ਬਾਕੀ ਮੈਂ ਚੁੱਕ ਲੂੰ। ਕਿੰਨੇ ਵਾਰ ਅਖਬਾਰਾਂ 'ਚ ਮੈਂ ਕਹਿ ਚੁੱਕਿਆ ਕਿ ਪੰਥ ਦੇ ਨਾਂ ਤੇ, ਧਰਮ ਦੇ ਨਾਂ ਤੇ, ਸਿੱਖੀ ਸਰੂਪ ਦੇ ਨਾਂ ਤੇ, ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਦੇ ਨਾਂ ਤੇ 10 ਲੱਖ ਰੁਪਏ ਤੱਕ ਪੰਜਾਬ ਦੇ ਕਿਸੇ ਸਿੱਖ ਦਾ ਕੋਈ ਨੁਕਸਾਨ ਹੋ ਗਿਆ, ਜਿੱਦੇ ਮੋਰਚਾ ਸਫਲ ਹੋ ਗਿਆ 1 ਮਹੀਨੇ ਦੇ ਵਿੱਚ ਮੈਥੋਂ ਲੈ ਲਿਓ। ਇਸ ਤੋਂ ਬਾਅਦ ਮੈਂ ਕੀ ਕਰ ਸਕਦਾ? ਜੇ ਅੰਮ੍ਰਿਤ ਛਕਾਉਣਾ, ਬਾਣੀ ਪੜਾਉਣੀ, ਰਹਿਤ ਰਖਾਉਣੀ, ਇਹ ਕੰਮ ਕਾਂਗਰਸ ਨੇ, ਹੁਣ ਤੁਸੀਂ ਅਕਾਲੀ ਦੱਸ ਦਿਓ। ਸਰਕਾਰ ਨੇ ਅੱਤਵਾਦੀ ਅੱਜ ਇਹਨਾਂ ਨੇ ਦਾੜੀਆਂ ਕੱਟੀਆਂ, ਇਹਨਾਂ ਨੂੰ ਘਲਿਆਰ ਲਿਆ ਮਿੰਟ ਕੁ ਚਲੇ। ਹੁਣ ਅੱਜ ਇਹਨਾਂ ਨੇ ਦਾੜੀਆਂ ਕੱਟੀਆਂ, ਖੜੋੜੇ 1 ਮਿੰਟ ਫਿਰ ਜਾਂਦੇ ਰਹੋ, ਬਹਿ ਜਾਓ। ਇੱਕ ਹਦਵਾਨੀ ਵਰਗੇ ਸਿਰ ਕੱਢੇ ਭੱਜੇ ਜਾਂਦੇ ਆ। ਪਹਿਲਾਂ ਇਹ ਦੱਸੋ ਵੀ ਜਿਹੜਾ ਮੁੰਡਾ ਪਿਓ ਨਾਲ ਨਹੀਂ ਰਲਦਾ ਉਹਨੂੰ ਕੀ ਕਹੀਦਾ? ਦੱਸੋ ਭਾਈ ਜਕਾਲੇ ਛੱਡ ਦੋ ਜਿਹੜੇ ਹਰਾਮ ਦਾ ਕਹਿੰਦੇ ਨੇ, ਤੇ 10ਵੇਂ ਪਾਤਸ਼ਾਹ ਨੂੰ ਮੰਨਦੇ ਕਿ ਨਹੀਂ? ਉਹ ਭਾਈ ਜੀ ਨੇ ਦਾੜੀਆਂ ਕਟਾਉਣੇ ਬੋਲਦੇ ਨਹੀਂ, ਮੰਨਦੇ ਕਿ ਨਹੀਂ? ਮੰਨਦੇ ਨੇ ਤੇ ਰਲਦੇ ਉਹਦੇ ਨਾਲ। ਫਿਰ ਲੋਕ ਕੀ ਕਹਿਣਗੇ ਆਪਾਂ ਨੂੰ?
केस दाड़ा रख लो तो नशे छड़ दिओ ते भरा बन जाओ मेरे। ते भरा भी तां बनो जो मैनूं चंगा समझदे हैं, जे लुच्चा समझदे फिर भरा नहीं मेरे बनना। चंगा कहोगे केस दाड़ा रखना पऊ, नशा छड्डना पऊ। लुच्चा कह दे तुहाडा खैड़ा छुट जूगा, जिवें मर्जी फैसला कर लो। हाँ केस दाड़ा रखा के शराब छड़ा के जे तुहानूं कहा भी मैनूं संत मनो मत्था टेको, अज रगड़ के मुन लिओ। जे तुहानूं चेले बनाया तो तां भी मुन लिओ। भरा बनाउणा चित करदा बन जाओ, नहीं चित करदा तो जाके आराम करो। बस हुण तूं तां बन गया, बाकी तैनूं पुछ लो ना साथियां नूं। वक्रा वक्रा नहीं कह रहे, सारे ने सुनी जा रहा है। कन्ने तो मेरे ख्याल रूह तो कह नहीं दिती होनी। पुलिस ने अतवादी कहना शुरू किया अपन सिखां नूं, ते सारे तो वड्डा अतवादी मैनूं कहंदे ते मैं हाँ भी पक्का अतवादी। ते तुहानूं बनाउणा बांह खड़ियां करा के करियो तां, जे बनना नहीं तो ना करियो। गौरमेंट अतवादी उन्होंने कहती जिन्हें आप दा अमृत छका तो दूजा नूं छकावे, आप बाणी पढ़े तो दूजा नूं पढ़ावे, आप नशे तो बचे दूजा नूं नशे छड़ावे। ਧੀਆਂ ਭੈਣਾਂ ਦੀ जिन्हों ने ਇੱਜ਼ਤ लुटी, ਸਰੂਪ ਦੀ ਬੇਅਦਬੀ ਕੀਤੀ, ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ ਹੈ, ਸੋ ਮਾਸੂਮਾਂ ਦਾ ਖੂਨ ਪੀਤਾ, ਉਹਨਾਂ ਤੋਂ ਹੱਕ ਲੈਣ ਦਾ ਇੱਛਕ ਹੋਵੇ ਤੇ ਹੱਕ ਲੈਣ ਦੀ ਪ੍ਰੇਰਨਾ ਕਰੇ, ਉਹਦਾ ਨਾਮ ਗੌਰਮੈਂਟ ਦੀ ਨਿਗਾਹ ਵਿੱਚ ਅੱਤਵਾਦੀ ਹੈ। ਮੈਂ ਤਾਂ ਇਹੋ ਜਿਹਾ ਹਾਂ, ਜੇ ਤਾਂ ਤੁਸੀਂ ਵੀ ਇਹੋ ਜਿਹੇ ਤਾਂ ਜਦੋਂ ਮੈਂ ਜਕਾਰਾ ਛੱਡਿਆ ਉਦੋਂ ਬਾਅਦ ਖੜੀ ਕਰਿਓ ਤੇ ਕਰਿਓ ਤਾਂ ਜੇ ਗੁਰੂ ਦੇ ਸਿੱਖ ਹੈ। ਜਿਹੜਾ ਆਪਣੇ ਵਿੱਚੋਂ ਕੋਈ ਇੰਦਰਾ ਦਾ ਸਿੱਖ ਹੈ ਜਾਂ ਜੰਡ ਨੂੰ ਸੰਧੂਰ ਭੁੱਕਣ ਦਾ ਸਿੱਖ ਹੈ, ਪਿੱਪਲ ਨੂੰ ਪਾਣੀ ਪਾਉਣ ਦਾ ਸਿੱਖ ਹੈ, ਰਾਧਾ ਸੁਆਮੀਆਂ ਨਰਕ ਧਾਰੀਏ ਲਾਲ ਕੁਰਤੀ ਦਾ ਸਿੱਖ, ਉਹ ਬਾਹ ਖੜੀ ਨਾ ਕਰਿਓ। ਸੰਗਤ 'ਚ ਬੈਠੇ ਗੁਰੂ ਕਾ ਲੰਗਰ ਵੇਖ ਲਿਓ, ਜਿਹਨੇ ਉਧਰ ਜਾਣਾ ਉਹ ਕਰਿਓ ਨਾ। ਤੇ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਤੇ ਮੈਨੂੰ ਆਪਣਾ ਭਰਾ ਸਮਝਦਾ ਤੇ ਮੋਟਰਸਾਈਕਲ ਤੇ ਚੜ੍ਹ ਕੇ ਸ਼ਹੀਦਾਂ ਦਾ ਹੱਕ ਲੈਣ ਦਾ ਇੱਛਕ ਹੈ, ਉਹ ਬਾਹ ਖੜੀ ਕਰੋ। ਇਹਨੇ ਅਨੰਦਪੁਰ ਦਾ ਮਤਾ ਲੈਣਾ। ਬੋਲੇ ਸੋ ਨਿਹਾਲ। ਸਾਰਿਆਂ ਦਾ ਬਹੁਤ ਧੰਨਵਾਦ। ਇਹ ਮੈਂ ਬਾਹਾਂ ਤਾਂ ਕੱਲ ਪਰਸੋਂ ਖੜੀਆਂ ਕਰਾਉਣ ਲੱਗਾ। ਖੁਸ਼ਵੰਤ ਸਿੰਘ ਇੰਦਰਾ ਦਾ ਸਿੱਖ ਹੈ ਕਿ ਚੰਡੀਗੜ੍ਹ ਕੇਸਗੜ੍ਹ ਤੁਹਾਡਾ ਸਾਬਤੀ ਹੈ, ਪਰ ਹੈ ਇੰਦਰਾ ਦਾ ਸਿੱਖ। ਅਖਬਾਰ ਵਾਲਾ ਹਿੰਦੁਸਤਾਨ ਟਾਈਮਜ਼ ਦਾ ਬੜਾ ਵੱਡਾ, ਤੇ ਉਹਨੇ ਅਖਬਾਰ 'ਚ ਇੱਕ ਦਿਨ ਖਬਰ ਦਿੱਤੀ ਹੈ, ਆਖਿਆ ਜੀ ਅੱਤਵਾਦੀ 300 ਆਏ ਤੇ ਇਹਨਾਂ ਨੂੰ ਹਮਲਾ ਮਾਰ ਕੇ ਰਗੜ ਦਿਓ। ਉਹ ਜਿਹੜਾ ਮੇਰੇ ਨਾਲ 300 ਆਏਗਾ ਉਹ ਤਾਂ ਗੱਲ ਵੱਖਰੀ ਹੈ, ਤੇ ਹੁਣ ਤੁਸੀਂ ਸਾਰੇ ਅੱਤਵਾਦੀ ਬਣ ਗਏ ਆ, ਪਰ ਤੁਹਾਡੀ ਗਿਣਤੀ ਕਰੀਏ ਕਿੰਨੀ ਹੈ। ਤੇ ਸਾਰੀ ਦਿਹਾੜੀ ਬਣੀ ਜਾਣੇ ਅੱਜ ਸ਼ਾਮ ਤੱਕ। ਤੇ ਜਿਹੜੇ ਪਿੰਡਾਂ ਵਿੱਚ ਰਹਿੰਦੇ ਉਹ ਵੀ ਅੱਤਵਾਦੀ ਬਣ ਕੇ ਗਏ ਇੱਥੋਂ। ਉਹ ਉੱਥੇ ਬੈਠਾ ਇੰਦਰਾ ਦੇ ਖੰਭਾਂ ਥੱਲੇ ਕਹੀ ਜਾਂਦਾ ਜਿਹੜੇ 300 ਜਾਂ ਰਗੜਾ ਮਾਰ ਦਿਓ ਉਹਨਾਂ ਨੂੰ। ਉਹ ਇੱਥੇ ਬੈਠਾ ਤਾਂ ਕਹੀ ਜਾਂਦਾ ਤੇ ਆਊ ਕੌਣ। ਤੇ ਤੁਹਾਨੂੰ ਇਹ ਵੀ ਬੇਨਤੀ ਹੈ, ਪੁਲਿਸ ਤਿਆਰੀ ਫਿਰਦੀ ਹੈ ਕਰਦੀ ਇੱਥੇ ਆਉਣ ਦੀ, ਤੇ ਜੇ ਕਿਤੇ ਤੁਹਾਨੂੰ ਸੁਨੇਹਾ ਮਿਲ ਜਾਵੇ ਤੇ ਸੁੱਤੇ ਨਾ ਰਹੋ ਪਿੰਡਾਂ 'ਚ। ਪਹਿਲਾਂ ਕਿਸੇ ਨੂੰ ਕੁਝ ਕਹਿਣਾ ਨਹੀਂ ਤੇ ਭਾਜੀ ਸਿਰ ਕਿਸੇ ਦੀ ਰੱਖਣੀ ਨਹੀਂ। ਜੇ ਉੱਥੇ ਪੁਲਿਸ ਦਾ ਪਤਾ ਲੱਗ ਜਾਵੇ ਵੀ ਅੰਦਰ ਆ ਗਈ ਹੈ ਤੇ ਬਾਹਰ ਆਪੋ ਆਪਣੇ ਥਾਵਾਂ ਤੇ ਜ਼ਿੰਮੇਵਾਰੀ ਸੰਭਾਲ ਲਿਓ। 20 ਆਉਂਦੇ ਤੁਹਾਨੂੰ ਇੱਕ ਨੂੰ ਸ਼ਲੀ ਰਾਮ ਹੋਣੀ। ਸੋ ਚੜ੍ਹਦੀ ਕਲਾ 'ਚ ਰਹਿਣਾ। ਤੇ ਕਈ ਇਹ ਵੀ ਕਹਿੰਦੇ ਤੈਨੂੰ ਚੁੱਕ ਕੇ ਲੈ ਜਾਣਾ, ਉੱਥੇ ਰੱਬ ਕਿਰਪਾ ਕਰੇ ਹੱਥ ਪਾਏ ਪਤਾ ਲੱਗੂ। 1 ਲੱਖ ਨੂੰ ਤਾਂ ਪਹਿਲੇ ਹਲੇ ਚੜਾ ਦਿਆਂਗੇ ਲੱਗਦੇ ਹਾਥੀ, ਉਦੋਂ ਤੁਸੀਂ ਜਾ ਹੀ ਪਾਓਗੇ। ਇਹ ਨਹੀਂ ਵੀ ਲੱਖ ਨੂੰ ਚੜਾ ਕੇ ਸੌ ਲਾਂਗੇ ਤਾਂ ਪਹਿਲੀ ਗਿਣਤੀ ਦੱਸੀ ਤੁਹਾਨੂੰ। ਨਹੀਂ ਵੇਲੇ ਇਸ ਤਰ੍ਹਾਂ ਨਹੀਂ ਕਰਨੇ ਕਿ ਇੱਥੇ ਹੋਵੇ ਕੁਝ ਨਾ ਤੇ ਬਾਹਰ ਐਵੇਂ ਕੋਈ ਭੂਮਿਕਾ ਛੱਡ ਦੇਵੇ ਤੁਸੀਂ ਲੱਗ ਪਓਗੇ, ਇਸ ਤਰ੍ਹਾਂ ਨਹੀਂ ਕਰਨਾ। ਹਾਂ ਇੱਕ ਗੱਲ ਚੇਤਾ ਰੱਖਣਾ, ਲੜਾਈ ਕਿੰਨੀ ਵੀ ਹੋ ਜਾਵੇ, ਧੀ ਭੈਣ ਕਿਸੇ ਦੀ ਆਪਣੇ ਘਰੇ ਆ ਜਾਵੇ, ਉਹਦੀ ਇੱਜ਼ਤ ਨਾਲ ਲੋਕਾਂ ਨੂੰ ਭੈਣ ਬਣਾ ਕੇ ਰੱਖਿਓ। ਬੈਠੋ ਰੱਖੋ, ਆਪਣੀ ਭੈਣ ਬਣਾ ਕੇ ਰੱਖਣਾ। ਜੇ ਕੋਈ ਧੀ ਭੈਣ ਆਪਣੇ ਘਰੇ ਆ ਜਾਵੇ ਇੱਜ਼ਤ ਨਾਲ ਲੁੱਟਿਓ। ਗੱਲ ਸੁਣੋ, ਬੈਠਾ ਰਹੋ ਟੇਕੇ, ਬੈਠਾ ਰਹੋ। ਮੈਨੂੰ ਪਤਾ ਜਿੰਨੇ ਕੁ ਪਾਣੀ ਦੇ ਸਾਰੇ ਬੋਲੀ ਦਾ ਨਹੀਂ ਸੰਗਤ ਵਿੱਚ। ਇਹ ਚੇਤਾ ਰੱਖਣਾ ਕਿ ਜੇ ਧੀਆਂ ਭੈਣਾਂ ਦੇ ਆਪਾਂ ਲੁੱਟਣ ਲਾ ਕੇ ਕਰਨਗੀ ਧਰਨੀ ਰਾਖੀ ਨਹੀਂ ਕਰਨੀ ਆਪਣੀ, ਤੇ ਜੇ ਇੱਜ਼ਤ ਬਚਾਵਾਂਗੇ ਫਿਰ ਅੱਗ ਵਿੱਚੋਂ ਵੀ ਕੱਢ ਲੂ, ਫੇਰ ਨਹੀਂ ਛੱਡਣ ਦਿੰਦਾ। ਮੇਰੀ ਤਾਂ ਬੇਨਤੀ ਤੁਹਾਨੂੰ ਇੰਨੀ ਕਿਸੇ ਤੁਹਾਡੀ ਕੋਈ ਹੋਰ ਹੈ ਤੇ ਦੱਸ ਦਿਓ। ਬਾਕੀ ਜਿਹਨੇ ਦਾੜੀਆਂ ਵਾਲੇ ਨੂੰ ਬੇਨਤੀ ਕੀਤੀ ਹੈ, ਕੇਸਾਂ ਵਾਲੇ ਨੂੰ ਜਿਹਨਾਂ ਨੇ ਮੁੰਨੇ ਹੈ,
ਤੇ ਰੱਖ ਲਵੋ ਤੇ ਚੰਗਾ, ਤੇ ਜੇ ਨਹੀਂ ਰੱਖਣੇ, ਆਖੇ ਨਹੀਂ ਲੱਗਣਾ, ਗਰਮੀ ਆਉਂਦੀ ਹੈ, ਤੇ ਫਿਰ ਦਰਬਾਰ ਸਾਹਿਬ ਜਾ ਕੇ ਅਰਦਾਸ ਕਰੋ ਕਿ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਮਰਦ ਪੁਣੇ ਦਿੱਤਾ, ਚੰਗਾ ਨਹੀਂ ਲੱਗਦਾ, ਕਿਰਪਾ ਕਰਕੇ ਸਾਨੂੰ ਮਾਰ ਕੇ ਜਨਾਨੀਆਂ ਬਣਾ ਲਓ, ਜਨਾਨੀਆਂ ਨੂੰ ਮਰਦ ਬਣਾ ਕੇ ਵਟਾਂਦਰਾ ਕਰ ਲਓ, ਨਾ ਦਾੜੀ ਆਵੇ, ਨਾ ਛਿੱਤਰ ਤੇ ਪਛਣਾ ਘਸਾ ਕੇ ਨਾਈ ਨੂੰ ਮਾਰਨਾ ਪਵੇ, ਨਾ ਮੈਨੂੰ ਪ੍ਰਚਾਰ ਕਰਨਾ ਪਵੇ, ਨਾ ਤੁਹਾਨੂੰ ਗੁੱਸਾ ਆਵੇ। ਉਹ ਦੱਸਣ ਬੀਬੀਆਂ ਰਹਿਣਾ ਕਿ ਮਰਦ ਬਣਨਾ? ਬੋਲਦੇ ਨਹੀਂ।